ਸਤਿ ਸ੍ਰੀ ਅਕਾਲ। ਹਫ਼ਤਾਵਾਰੀ ਦੇਸ਼ ਪ੍ਰਦੇਸ਼ ਟੀਵੀ ਪ੍ਰੋਗਰਾਮ ਦੇ ਵਿੱਚ ਆਪ ਸਾਰਿਆਂ ਦਾ ਹੀ ਬਲਜਿੰਦਰ ਸਿੰਘ ਅਟਵਾਲ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਆਖਰਕਾਰ ਇੱਥੇ ਗ੍ਰੇਟਰ ਵੈਨਕੂਵਰ ਦੇ ਵਿੱਚ, ਸਰੀ ਵਿੱਚ, BC ਦੇ ਵਿੱਚ ਮੌਸਮ ਨੇ ਗਰਮੈਸ਼ ਫੜੀ ਹੈ। ਜੇਠ ਹਾੜ ਦੇ ਮਹੀਨੇ ਤਾਂ ਠੰਡੇ ਲੰਘ ਗਏ, ਸੌਣ ਆਉਂਦਿਆਂ ਹੀ ਮੌਸਮ ਖੁਸ਼ਕ ਅਤੇ ਗਰਮ ਹੋਣ ਲੱਗ ਪਿਆ ਹੈ। ਬੱਦਲ ਛੁੱਟੀ ਤੇ ਚਲੇ ਗਏ ਹਨ, ਫਿਰ ਵੀ ਮੌਸਮ ਵਧੀਆ ਹੈ। ਇੱਥੇ ਆਮ ਤੌਰ ਤੇ ਗਰਮੀ ਮਸੀ ਹੁੰਦੀ ਹੈ, ਜ਼ਿਆਦਾਤਰ ਮੌਸਮ ਗਿੱਲਾ ਸਿੱਲਾ ਹੀ ਰਹਿੰਦਾ ਹੈ। ਹੁਣ ਭਾਵੇਂ ਗਰਮ ਹੋ ਰਿਹਾ ਹੈ, ਪਰ ਤਾਪਮਾਨ 27-28 ਡਿਗਰੀ ਤੋਂ 31-32 ਡਿਗਰੀ ਦੇ ਵਿਚਾਲੇ ਰਹਿਣ ਦੀ ਹੀ ਸੰਭਾਵਨਾ ਹੈ। BC ਦੇ ਵਿੱਚ ਗ੍ਰੀਨਰੀ ਬੜੀ ਹੈ, ਪਹਾੜ ਵੀ ਬਥੇਰੇ ਹਨ, ਦਰਿਆ ਵਗਦੇ ਹਨ ਤੇ ਸਮੁੰਦਰ ਵੀ ਨਾਲ ਲੱਗਦਾ ਹੈ। ਖੂਬਸੂਰਤ ਬੀਚਿਸ ਹਨ ਅਤੇ ਪਾਰਕਾਂ ਹਨ। ਸਰੀ ਨੂੰ ਤਾਂ ਸਿਟੀ ਆਫ ਪਾਰਕਸ ਵੀ ਕਿਹਾ ਜਾਂਦਾ ਹੈ। ਤੁਸੀਂ ਬੇਅਰ ਕ੍ਰੀਕ ਪਾਰਕ ਵਰਗੀਆਂ ਇਹਨਾਂ ਜਿਹੜੀਆਂ ਹਰੀਆਂ ਭਰੀਆਂ ਪਾਰਕਾਂ ਹਨ, ਹਰੇ ਭਰੇ ਦਰੱਖਤਾਂ ਦੇ ਥੱਲੇ ਬਹੁਤ ਵਧੀਆ ਮਹਿਸੂਸ ਕਰਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਮਨਜੀਤ ਰਾਹੀ ਅਤੇ ਦਲਜੀਤ ਕੌਰ ਦੀ ਇੱਕ ਯਾਦਗਾਰੀ ਪੇਸ਼ਕਸ਼ ਚਰਨਜੀਤ ਅਹੂਜਾ ਨਾਈਟ ਦੇ ਵਿੱਚੋਂ ਦੁਗਾਣਾ ਪੇਸ਼ ਕਰਾਂਗੇ। ਫਿਰ ਅੰਮ੍ਰਿਤ ਵਿਰਦੀ ਹਫ਼ਤਾਵਾਰੀ ਖਬਰਸਾਰ ਪੇਸ਼ ਕਰਨਗੇ। ਉਸ ਤੋਂ ਫੌਰਨ ਬਾਅਦ ਬਾਲੀਵੁੱਡ ਦੀ ਪ੍ਰਸਿੱਧ ਪੰਜਾਬਣ ਗਾਇਕਾ ਮੀਨੂ ਪੁਰਸ਼ੋਤਮ ਨਾਲ ਇੱਕ ਯਾਦਗਾਰੀ ਮੁਲਾਕਾਤ ਪੇਸ਼ ਕੀਤੀ ਜਾਵੇਗੀ, ਜਿਨ੍ਹਾਂ ਨੇ ਅਨੇਕਾਂ ਹਿੰਦੀ ਪੰਜਾਬੀ ਫਿਲਮਾਂ ਦੇ ਵਾਸਤੇ ਗੀਤ ਗਾਏ ਜੋ ਹਿੱਟ ਰਹੇ। ਬੰਬਈ ਦੇ ਵਿੱਚ ਰਹਿੰਦਿਆਂ ਵੀ ਪੰਜਾਬੀ ਜ਼ੁਬਾਨ ਨੂੰ ਪਿਆਰ ਕੀਤਾ। ਹਾਸ ਰਸ ਲਈ ਗੁਰਪ੍ਰੀਤ ਘੁੱਗੀ ਉਹਨਾਂ ਦੇ ਕੁਝ ਚੁਟਕਲੇ ਪੇਸ਼ ਕਰਾਂਗੇ। ਇਸ ਤੋਂ ਇਲਾਵਾ ਇੱਕ ਹੋਰ ਇੰਟਰਵਿਊ ਵੀ ਪ੍ਰੋਗਰਾਮ ਦੇ ਵਿੱਚ ਪੇਸ਼ ਕਰਾਂਗੇ। ਇਹ ਹੈ ਇਸ ਹਫ਼ਤੇ ਦਾ ਦੇਸ਼ ਪ੍ਰਦੇਸ਼ ਟੀਵੀ ਪ੍ਰੋਗਰਾਮ। ਗੱਲ ਇਸ ਤਰ੍ਹਾਂ ਬਈ ਪਿੰਡਾਂ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ, ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ। ਐਸੇ ਤਰ੍ਹਾਂ ਇੱਕ ਗੱਭਰੂ ਨੇ ਉਂਗਲ ਲਾ ਕੇ ਪਿੰਡ ਦੇ ਵਿੱਚ ਲੜਾਈ ਕਰਵਾ ਦਿੱਤੀ। ਜਦੋਂ ਲੜਾਈ ਕਰਵਾ ਦਿੱਤੀ, ਜਾ ਕੇ ਆਪਣੀ ਮਹਿਬੂਬਾ ਨੂੰ ਕਹਿਣ ਲੱਗਿਆ, ਕਹਿੰਦਾ ਲੈ ਕੁੰਡੀਆਂ ਦੇ ਸਿੰਘ ਫਸ ਗਏ ਨੇ, ਹੁਣ ਕੋਈ ਬੜੇਵੇਂ ਖਾਣੀ ਨਿਤੜੂਗੀ। ਉਹ ਕਹਿੰਦੀ ਵੀ ਤਾਂ ਇਹ ਬਹੁਤ ਮਾੜੀ ਗੱਲ ਕਰੀ ਹੈ। ਮੁਟਿਆਰ ਨੂੰ ਸਮਝਾਉਂਦੀ ਹੈ ਤੇ ਗੱਭਰੂ ਅੱਗੋਂ ਕੀ ਜਵਾਬ ਦਿੰਦਾ। ਬਿਲਕੁਲ ਨਵਾਂ ਗੀਤ ਅੱਜ ਪੇਸ਼ ਕਰ ਲਿਆ, ਧਿਆਨ ਨਾਲ ਸੁਣਨ ਦੀ ਕਿਰਪਾ ਕਰਨੀ। ਹਾਂਜੀ, ਲੜਕੇ ਤੇਲਾਂ ਤੇ ਸਾਰੇ ਗਦੀ ਗੇੜੇ ਵਿੱਚ ਪਾਤੇ ਸਾਰੇ। ਐਨੀ ਬੇਲੜ ਕੇ ਤੇਲਾਂ ਤੇ ਸਾਰੇ ਗਦੀ ਗੇੜੇ ਵਿੱਚ ਪਾਤੇ ਸਾਰੇ। 307 ਬਣ ਗਈ, 307 ਬਣ ਗਈ। ਹੋਊਗਾ ਹੁਣ ਕਾਰਾਨੀ ਤੇਰੇ ਜੁਗਤੀ ਯਾਰ ਨੇ। ਆ ਪਿੰਡ ਔੜ ਜਾਤਾ ਹੈ ਨੀ, ਪਿੰਡ ਔੜ ਜਾਤਾ, ਆ ਪਿੰਡ ਔੜ ਜਾਤਾ ਸਾਰਾ ਤੇਰੇ ਜੁਗਤੀ ਯਾਰ ਨੇ। ਉਹ ਮੇਰੀ ਰਾਖੀ ਕਰਦੇ ਸੀ, ਮੈਨੂੰ ਖਾਂਦਾ ਵੇਖਣਾ ਡਰਦੇ ਸੀ। ਨੀ ਉਹ ਮੇਰੀ ਰਾਖੀ ਕਰਦੇ ਸੀ, ਮੈਨੂੰ ਖਾਂਦਾ ਵੇਖਣਾ ਡਰਦੇ ਸੀ। ਚੁਗਲਖੋਰ ਨੇ ਚੁਗਲੀ ਕਰਕੇ, ਚੁਗਲਖੋਰ ਨੇ ਚੁਗਲੀ ਕਰਕੇ ਕੀਤਾ ਕੰਮ ਕਰਾਰਾ ਨੀ ਤੇਰੇ ਜੁਗਤੀ ਯਾਰ ਨੇ। ਆ ਪਿੰਡ ਔੜ ਜਾਤਾ, ਉਹ ਮਖਾ ਪਿੰਡ ਔੜ ਜਾਤਾ ਹੈ ਨੀ, ਪਿੰਡ ਔੜ ਜਾਤਾ ਸਾਰਾ ਤੇਰੇ ਜੁਗਤੀ ਯਾਰ ਨੇ। ਸਾਰੇ ਪਿੰਡ ਵਿੱਚ ਭੇੜ ਪਵਾ ਕੇ ਨੀ ਛੱਤ ਲਿਆ ਜਵਾਰਾ ਤੇਰੇ ਅੰਦਰ ਦਾਰੂ ਬੋਲਦੀ। ਹੁਣ ਤੂੰ ਨਹੀਂ ਬੋਲਦਾ, ਹੁਣ ਤੂੰ ਨਹੀਂ ਬੋਲਦਾ, ਹੁਣ ਤੂੰ ਨਹੀਂ ਬੋਲਦਾ ਯਾਰਾ ਤੇਰੇ ਅੰਦਰ ਦਾਰੂ ਬੋਲਦੀ। ਹੁਣ ਤੂੰ ਨਹੀਂ ਬੋਲਦਾ ਯਾਰਾ ਤੇਰੇ ਅੰਦਰ ਦਾਰੂ ਬੋਲਦੀ।
ਰਹਿਣਾ ਏ ਜੇ ਸੰਗਤਪੁਰੇ ਵਿੱਚ ਰਹਿਣਾ ਏ ਨਹੀਂ ਕੁਝ ਤਾਂ ਕਰਨਾ ਪੈਣਾ ਏ ਜੇ ਸੰਗਤਪੁਰੇ ਵਿੱਚ ਰਹਿਣਾ ਏ ਲੱਡੂ ਲੋਕਾਂ ਨੇ ਜੀਣ ਨਹੀਂ ਦੇਣਾ ਲੱਡੂ ਲੋਕਾਂ ਨੇ ਜੀਣ ਨਹੀਂ ਦੇਣਾ ਹੋਊਗਾ ਕਿਵੇਂ ਗੁਜ਼ਾਰਾ ਨੀ ਤੇਰੇ ਜੁੱਤੀ ਯਾਰ ਨੇ ਆ ਪਿੰਡ ਉਲ ਜਾਤਾ ਮਖਾ ਪਿੰਡ ਉਲ ਜਾਤਾ ਆ ਪਿੰਡ ਉਲ ਜਾਤਾ ਸਾਰਾ ਨੀ ਤੇਰੇ ਜੁੱਤੀ ਯਾਰ ਨੇ ਉਹ ਪਿੰਡ ਉਲ ਜਾਤਾ ਸਾਰਾ ਤੇਰੇ ਜੁੱਤੀ ਯਾਰ ਨੇ ਕਾਨੀ ਕਹਿੰਦਾ ਕੱਲ ਦੇ ਰੱਜੇ ਨੇ ਅੱਜ ਪਿੰਡ ਉਜਾੜਨ ਲੱਗੇ ਨੇ ਕਾਨੀ ਕਹਿੰਦਾ ਕੱਲ ਦੇ ਰੱਜੇ ਨੇ ਅੱਜ ਪਿੰਡ ਉਜਾੜਨ ਲੱਗੇ ਨੇ ਡਾਣਿਆਂ ਦੇ ਨਾਲ ਘੁਣਾ ਪਿਸ ਗਿਆ ਡਾਣਿਆਂ ਦੇ ਨਾਲ ਘੁਣਾ ਪਿਸ ਗਿਆ ਜ਼ੁਲਮ ਹੋ ਗਿਆ ਭਾਰਾ ਤੇਰੇ ਅੰਦਰ ਦਾਰੂ ਬੋਲਦੀ ਹੁਣ ਤੂੰ ਨਹੀਂ ਬੋਲਦਾ ਮੈਂ ਹੁਣ ਤੂੰ ਨਹੀਂ ਬੋਲਦਾ ਹੁਣ ਤੂੰ ਨਹੀਂ ਬੋਲਦਾ ਯਾਰਾ ਤੇਰੇ ਅੰਦਰ ਦਾਰੂ ਬੋਲਦੀ ਹੁਣ ਤੂੰ ਨਹੀਂ ਬੋਲਦਾ ਯਾਰਾ ਤੇਰੇ ਅੰਦਰ ਦਾਰੂ ਬੋਲਦੀ ਐ ਪਿੰਡ ਉਲ ਜਾਤਾ ਸਾਰਾ ਤੇਰੇ ਜੁੱਤੀ ਯਾਰ ਨੇ ਤੂੰ ਨਹੀਂ ਬੋਲਦਾ ਯਾਰਾ ਤੇਰੇ ਅੰਦਰ ਦਾਰੂ ਬੋਲਦੀ ਉਹ ਪਿੰਡ ਉਲ ਜਾਤਾ ਸਾਰਾ ਤੇਰੇ ਜੁੱਤੀ ਯਾਰ ਨੇ ਸਤਿ ਸ਼੍ਰੀ ਅਕਾਲ। ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਸਾਰ ਹਫ਼ਤਾਵਾਰ ਲੈ ਕੇ ਹਾਜ਼ਰ ਹਾਂ ਮੈਂ ਅੰਮ੍ਰਿਤਵਰ ਦੀ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਭਾਰਤ ਨੂੰ ਮਿਲੀ ਪਹਿਲੀ ਆਦੀਵਾਸੀ ਮਹਿਲਾ ਰਾਸ਼ਟਰਪਤੀ ਐਨਡੀਏ ਦੀ ਦ੍ਰੌਪਦੀ ਮੁਰਮੂ ਨੇ ਚੋਣ ਜਿੱਤ ਕੇ ਰਚਿਆ ਇਤਿਹਾਸ। ਮੂਸੇਵਾਲਾ ਮਾਮਲੇ 'ਚ ਪੰਜਾਬ ਪੁਲਿਸ ਨੇ ਗੈਂਗਸਟਰ ਜਗਰੂਪ ਰੂਪਾ ਤੇ ਮੰਨੂ ਕੂਸਾ ਦਾ ਕੀਤਾ ਐਨਕਾਊਂਟਰ। ਮੂਸੇਵਾਲਾ ਮਗਰੋਂ ਉਸ ਦੇ ਪਿਤਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ। ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਦੇ ਸੀਨੀਅਰ ਨੇਤਾ ਰਣਿਲ ਵਿਕਰਮਸਿੰਘੇ ਨੇ 8ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ, ਕਿਹਾ ਬਦਲਾਂਗੇ ਹਾਲਾਤ। ਅਤੇ ਕੈਨੇਡਾ ਵਿੱਚ ਮਹਿੰਗਾਈ ਦਰ ਪਹੁੰਚੀ 8.1%। ਮਾਹਿਰਾਂ ਨੇ ਕਿਹਾ ਅਜੇ ਰਾਹਤ ਦੀ ਨਹੀਂ ਹੈ ਉਮੀਦ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਭਾਰਤ ਦੇ ਨਵੇਂ ਰਾਸ਼ਟਰਪਤੀ ਦੇ ਨਾਲ। ਐਨਡੀਏ ਦੀ ਦ੍ਰੌਪਦੀ ਮੁਰਮੂ ਨੇ ਵੀਰਵਾਰ ਨੂੰ ਇਤਿਹਾਸ ਰਚ ਕੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਉਹ ਇਸ ਸੰਵਿਧਾਨਕ ਅਹੁਦੇ ਤੇ ਕਾਬਜ਼ ਹੋਣ ਵਾਲੀ ਪਹਿਲੀ ਕਬਾਇਲੀ ਆਦੀਵਾਸੀ ਔਰਤ ਬਣ ਗਏ ਨੇ। ਮੁਰਮੂ ਨੇ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਹਰਾਉਣ ਲਈ 50% ਦਾ ਅੰਕੜਾ ਪਾਰ ਕੀਤਾ। ਦ੍ਰੌਪਦੀ ਮੁਰਮੂ ਨੇ 2015 ਤੋਂ 21 ਦੇ ਦਰਮਿਆਨ ਝਾਰਖੰਡ ਦੇ ਰਾਜਪਾਲ ਵਜੋਂ ਵੀ ਸੇਵਾ ਨਿਭਾਈ ਹੈ ਤੇ ਉੱਥੇ ਵੀ ਇਹ ਪਹਿਲੀ ਮਹਿਲਾ ਹੀ ਬਣੇ ਸੀ। ਤੇ ਹੁਣ 24 ਜੁਲਾਈ ਨੂੰ ਰਾਮਨਾਥ ਕੋਵਿੰਦ ਦਾ ਕਾਰਜਕਾਲ ਖਤਮ ਹੋਵੇਗਾ ਤੇ ਦ੍ਰੌਪਦੀ ਮੁਰਮੂ 25 ਜੁਲਾਈ ਨੂੰ ਸਹੁੰ ਚੁੱਕਣਗੇ। ਤੇ ਉਧਰ ਸਿੱਧੂ ਮੂਸੇਵਾਲਾ ਦੇ ਕਾਤਲ ਅਜੇ ਪੂਰੀ ਤਰ੍ਹਾਂ ਫੜੇ ਨਹੀਂ ਗਏ ਸੀ ਕਿ ਹੁਣ ਮੂਸੇਵਾਲਾ ਦੇ ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੂਤਰਾਂ ਮੁਤਾਬਕ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਕਿਸਤਾਨੀ ਨੰਬਰ ਤੋਂ ਧਮਕੀ ਮਿਲੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮੂਸੇਵਾਲਾ ਦੇ ਕੋਲ ਪਹੁੰਚਾਉਣ ਦੀ ਗੱਲ ਆਖੀ ਗਈ ਹੈ। ਹਾਲਾਂਕਿ ਇਸ ਸੰਬੰਧੀ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਧਰ ਦੱਸ ਦਈਏ ਕਿ ਬੀਤੇ ਦਿਨ ਪੰਜਾਬ ਪੁਲਿਸ ਦੇ ਵੱਲੋਂ 2 ਗੈਂਗਸਟਰ ਜਗਰੂਪ ਰੂਪਾ ਅਤੇ ਮੰਨੂ ਕੂਸਾ ਜੋ ਮੂਸੇਵਾਲਾ ਕੇਸ ਦੇ ਵਿੱਚ ਲੋੜਿੰਦੇ ਸੀ, ਉਹਨਾਂ ਦਾ ਅਟਾਰੀ ਦੇ ਵਿੱਚ ਐਨਕਾਊਂਟਰ ਕੀਤਾ ਗਿਆ ਹੈ। ਭਾਰਤ ਦੀ ਕੇਂਦਰ ਸਰਕਾਰ ਵੱਲੋਂ ਐਮਐਸਪੀ ਦੇ ਮੁੱਦੇ ਤੇ ਬਣਾਈ ਕਮੇਟੀ ਤੋਂ ਪੰਜਾਬ ਦੇ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕੀਤੇ ਜਾਣ ਤੋਂ ਬਾਅਦ ਕੇਂਦਰ ਦੀ ਇਸ ਕਮੇਟੀ ਨੂੰ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਨੇ ਰੱਦ ਕਰ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਰੀ ਕੀਤੇ ਬਿਆਨ ਮੁਤਾਬਕ ਮੋਰਚਾ ਇਸ ਕਮੇਟੀ ਲਈ ਕੋਈ ਮੈਂਬਰ ਨਾਮਾਂਕਿਤ ਨਹੀਂ ਕਰੇਗਾ ਤੇ ਉਧਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਸਰਕਾਰ ਨੇ ਕਦੇ ਵੀ ਐਮਐਸਪੀ ਦੀ ਕਾਨੂੰਨੀ ਗਰੰਟੀ ਨਹੀਂ ਦਿੱਤੀ। ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਦੀ ਦੌੜ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਨੇ। ਯੂਕੇ ਦੇ ਵਿੱਚ ਬੋਰਿਸ ਜੌਨਸਨ ਦਾ ਜਾਨਸ਼ੀਨ ਬਣਨ ਦੀ ਦੌੜ ਦੇ ਵਿੱਚ ਹੁਣ ਮੈਦਾਨ ਦੇ ਵਿੱਚ ਸਿਰਫ 2 ਹੀ ਉਮੀਦਵਾਰ ਬਚੇ ਨੇ ਜਿਨ੍ਹਾਂ ਦੇ ਵਿਚਾਲੇ ਮੁਕਾਬਲਾ ਹੈ। ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਆਖਰੀ ਗੇੜ ਦੇ ਵਿੱਚ ਵਿਦੇਸ਼ ਮੰਤਰੀ ਲਿਜ਼ ਟਰੱਸ ਦੀ ਚੁਣੌਤੀ ਦਰਪੇਸ਼ ਰਹੇਗੀ। ਸੁਨਕ 5ਵੇਂ ਗੇੜ ਦੀ ਵੋਟਿੰਗ ਦੇ ਵਿੱਚ ਵੀ ਅਵਲ ਨੰਬਰ ਤੇ ਰਹੇ ਨੇ। ਸੁਨਕ ਨੂੰ ਟੋਰੀ ਸੰਸਦ ਮੈਂਬਰਾਂ ਦੀਆਂ 137 ਵੋਟਾਂ ਮਿਲੀਆਂ ਜਦਕਿ ਟਰੱਸ ਨੂੰ 113 ਵੋਟਾਂ ਹੀ ਮਿਲੀਆਂ ਨੇ, ਜਿਸ ਤੋਂ ਬਾਅਦ ਲੱਗ ਰਿਹਾ ਹੈ ਕਿ ਇਸ ਰੇਸ ਦੇ ਵਿੱਚ ਰਿਸ਼ੀ ਸੁਨਕ ਲਗਾਤਾਰ ਅੱਗੇ ਬਣੇ ਹੋਏ ਨੇ ਤੇ ਇਸ ਕੁਰਸੀ ਤੱਕ ਪਹੁੰਚ ਸਕਦੇ ਨੇ। ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਦੇ ਸੀਨੀਅਰ ਨੇਤਾ ਰਣਿਲ ਵਿਕਰਮਸਿੰਘੇ ਨੇ 8ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ ਹੈ। ਚੀਫ ਜਸਟਿਸ ਜਯੰਤ ਜੈਸੂਰੀਆ ਨੇ ਸੰਸਦ ਭਵਨ ਕੰਪਲੈਕਸ ਦੇ ਵਿੱਚ 73 ਸਾਲਾ ਵਿਕਰਮਸਿੰਘੇ ਨੂੰ ਇਸ ਅਹੁਦੇ ਦੀ ਸਹੁੰ ਚੁਕਵਾਈ। 6 ਵਾਰ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਰਹੇ ਵਿਕਰਮਸਿੰਘੇ ਨੂੰ 225 ਮੈਂਬਰੀ ਸਦਨ ਦੇ ਵਿੱਚ 134 ਵੋਟਾਂ ਪਈਆਂ। ਵਿਕਰਮਸਿੰਘੇ ਨੇ ਕਿਹਾ ਕਿ ਹੁਣ ਉਹ ਦੇਸ਼ ਦੇ ਆਰਥਿਕ ਹਾਲਾਤ ਸੁਧਾਰਨ ਦੇ ਵਿੱਚ ਲਗਾਤਾਰ ਕੰਮ ਕਰਨਗੇ। ਕੈਨੇਡਾ ਦੇ ਵਿੱਚ ਮਹਿੰਗਾਈ ਦੀ ਮਾਰ ਲਗਾਤਾਰ ਜਾਰੀ ਹੈ। ਸਟੈਟ ਕੈਨੇਡਾ ਦੇ ਨਵੇਂ ਅੰਕੜਿਆਂ ਦੇ ਅਨੁਸਾਰ ਕੈਨੇਡਾ ਵਿੱਚ ਮਹਿੰਗਾਈ ਦਰ 8.1% ਤੇ ਪਹੁੰਚ ਗਈ ਹੈ। ਜੂਨ ਮਹੀਨੇ ਦੇ ਅੰਕੜੇ ਦੱਸਦੇ ਨੇ
ਕਿ ਮਹਿੰਗਾਈ ਦਰ ਵਧੀ ਹੈ, ਜਦਕਿ ਮਈ ਦੇ ਵਿੱਚ ਇਹ ਦਰ 7.7% ਸੀ। ਕੈਨੇਡਾ ਵਿੱਚ ਮਹਿੰਗਾਈ ਕਈ ਦਹਾਕਿਆਂ ਦਾ ਰਿਕਾਰਡ ਤੋੜਦੀ ਨਜ਼ਰ ਆ ਰਹੀ ਹੈ ਤੇ ਮਾਹਿਰਾਂ ਮੁਤਾਬਕ ਅਜੇ ਇਸ ਤੋਂ ਰਾਹਤ ਦੀ ਉਮੀਦ ਨਹੀਂ ਹੈ। ਪਾਕਿਸਤਾਨ ਦੇ ਸੂਬਾ ਪੰਜਾਬ 'ਚ ਸਾਦਿਕਾਬਾਦ ਸ਼ਹਿਰ ਨੇੜੇ ਮਸ਼ਕਾ ਇਲਾਕੇ 'ਚ ਕਿਸ਼ਤੀ ਪਲਟਣ ਕਾਰਨ ਵਾਪਰੇ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 26 ਹੋ ਗਈ ਹੈ। ਕਿਸ਼ਤੀ ਪਲਟਣ ਦੀ ਇਹ ਘਟਨਾ ਸੋਮਵਾਰ ਨੂੰ ਵਾਪਰੀ ਸੀ। ਘਟਨਾ ਸਮੇਂ ਕਿਸ਼ਤੀ ਵਿੱਚ 75 ਲੋਕ ਸਵਾਰ ਸੀ, ਜਿਨ੍ਹਾਂ 'ਚੋਂ 23 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਸੀ। ਸਿੰਧੂ ਨਦੀ ਵਿੱਚ 3 ਹੋਰ ਲਾਸ਼ਾਂ ਮਿਲਣ ਦੇ ਕਾਰਨ ਇਹ ਗਿਣਤੀ ਵੱਧ ਕੇ 26 ਹੋ ਗਈ ਹੈ। ਕਿਸ਼ਤੀ ਵਿੱਚ ਸਵਾਰ ਸਾਰੇ ਲੋਕ ਇੱਕ ਵਿਆਹ ਸਮਾਗਮ ਤੋਂ ਹੁਸੈਨ ਬਖਸ਼ ਸਲਾਂਗੀ ਪਿੰਡ ਨੂੰ ਵਾਪਸ ਜਾ ਰਹੇ ਸੀ। ਤੇ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ। ਮਾਏ ਨੀ ਮਾਏ ਮੈਨੂੰ ਲੌਂਗ ਕੜਾ ਦੇ, ਲੌਂਗ ਕੜਾ ਦੇ, ਨਗ ਜੜਵਾ ਦੇ, ਨਗ ਜੜਵਾ ਦੇ ਐਸਾ। ਨੀ ਮੈਂ ਯਾਰ ਮਨਾਣਾ ਨੀ ਚਾਹੇ ਲੋਗ ਬੋਲੀਆਂ ਬੋਲੇ, ਨੀ ਮੈਂ यार मनाना नहीं चाहे लोग बोलियां बोले, नी मैं यार मनाना नहीं चाहे लोग बोलियां बोले, चाहे लोग बोलियां बोले। मैं तो बाज ना आना नहीं चाहे जहर सोतने घोले, मैं तो बाज ना आना नहीं चाहे जहर सोतने घोले। कोई बल्ले 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 बल्ले। ਹਿੰਦੀ ਪੰਜਾਬੀ ਫਿਲਮਾਂ ਦੇ ਗੀਤ ਸੰਗੀਤ ਦੇ ਵਿੱਚ ਮੀਨੂ ਪੁਰਸ਼ੋਤਮ ਨਾਂ ਨੂੰ ਕਿਸੇ ਜਾਣ ਪਛਾਣ ਦੀ ਕੋਈ ਜ਼ਰੂਰਤ ਨਹੀਂ। ਮੀਨੂ ਪੁਰਸ਼ੋਤਮ ਲਤਾ ਮੰਗੇਸ਼ਕਰ, ਮੁਹੰਮਦ ਰਫੀ ਉਹਨਾਂ ਦੇ ਸਮਕਾਲੀ ਰਹੇ। ਸ਼ਮਸ਼ਾਦ ਬੇਗਮ ਦੇ ਨਾਲ ਵੀ ਉਹਨਾਂ ਨੇ ਕੰਮ ਕੀਤਾ। ਹਿੰਦੀ ਫਿਲਮਾਂ ਦੇ ਵਿੱਚ ਸੈਂਕੜੇ ਹਿੰਦੀ ਫਿਲਮਾਂ 'ਚ ਤੁਸੀਂ ਉਹਨਾਂ ਦੇ ਗੀਤ ਸੁਣਦੇ ਰਹੇ ਹੋ। ਮੈਂ ਯਾਰ ਬਣਾਉਣਾ ਨਹੀਂ, ਚਾਹੇ ਲੋਕ ਬੋਲੀਆਂ ਮਾਰੇ, ਫਿਲਮ ਦਾਗ, ਔਰ ਉਸ ਤੋਂ ਬਾਅਦ ਹਜ਼ੂਰੇ ਵਾਲਾ, ਔਰ ਹੋਰ ਬਹੁਤ ਸਾਰੇ ਗੀਤ ਨੇ ਜਿਹੜੇ ਪੰਜਾਬੀ ਹਿੰਦੀ ਦੇ। ਮੁਹੰਮਦ ਰਫੀ ਸਾਹਿਬ ਨਾਲ ਵੀ 2 ਗਾਣੇ ਗਾਏ। ਅੱਜ ਸਾਡੇ ਸਟੂਡੀਓ 'ਚ ਆਏ ਹੋਏ ਨੇ, ਉਹਨਾਂ ਨਾਲ ਗੱਲਬਾਤ ਚੱਲੇਗੀ ਉਹਨਾਂ ਦੇ ਸੰਗੀਤ ਦੇ ਕਰੀਅਰ ਬਾਰੇ ਔਰ ਉਹਨਾਂ ਦਾ ਬੰਬੇ ਦੇ ਵਿੱਚ ਜਾਣਾ। ਪੰਜਾਬ ਤੋਂ ਪਿੱਛੋਂ ਪਟਿਆਲੇ ਦੇ ਰਹਿਣ ਵਾਲੇ ਨੇ ਅਤੇ ਬੰਬੇ ਜਾ ਕੇ ਫਿਲਮਾਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਕੰਮ ਕੀਤਾ। ਸਹਿਰ ਲੁਧਿਆਣਵੀ ਸਾਹਿਬ ਦੇ ਗੀਤ ਕਿਸ ਤਰ੍ਹਾਂ ਗਾਏ ਤੇ ਕਿਹੜੇ ਸੰਗੀਤਕਾਰ ਸੀ ਜਿਹੜੇ ਉਹਨਾਂ ਨੂੰ ਮਿਲੇ, ਔਰ ਉਹਨਾਂ ਨਾਲ ਅੱਜ ਗੱਲਬਾਤ ਚੱਲੇਗੀ। ਜੀ ਆਇਆਂ ਨੂੰ ਮੀਨੂ ਜੀ, ਤੁਹਾਡਾ ਸਵਾਗਤ ਹੈ। ਨਮਸਤੇ ਜੀ। ਮੀਨੂ ਪੁਰਸ਼ੋਤਮ ਜੀ, ਸਾਨੂੰ ਦੱਸੋ ਕਿ ਤੁਹਾਡਾ ਪੰਜਾਬ ਤੋਂ, ਪਟਿਆਲੇ ਤੋਂ ਬੰਬੇ ਜਾ ਕੇ ਫਿਲਮਾਂ ਦੇ ਵਿੱਚ ਗਾਉਣਾ, ਇਹ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ? ਹਾਂਜੀ, ਬਸ ਸਕੂਲ ਟਾਈਮ ਤੋਂ ਹੀ ਅਸੀਂ ਬੰਬੇ ਚਲੇ ਗਏ ਸੀ ਤੇ ਫਿਰ ਸਹਿਰ ਲੁਧਿਆਣਵੀ ਸਾਹਿਬ ਦੀ ਸਿਸਟਰ ਮੇਰੇ ਨਾਲ ਪੜ੍ਹਦੇ ਸੀ ਸਕੂਲ 'ਚ ਤੇ ਉਹਨਾਂ ਨਾਲ ਮੇਰੀ ਮੁਲਾਕਾਤ ਕਰਵਾਈ ਸੀ ਤੇ ਉਹ ਫਿਰ ਰੋਸ਼ਨ ਜੀ ਕੋਲੇ ਲੈ ਗਏ ਸੀਗੇ ਤੇ ਪਹਿਲੀ ਫਿਲਮ ਸੀਗੀ ਤਾਜ ਮਹਿਲ, ਜਿਸ 'ਚ ਉਹਨਾਂ ਨੇ ਮੈਨੂੰ ਚਾਂਸ ਦਿੱਤਾ। ਦੂਸਰੀ ਫਿਲਮ ਸੀ ਇਹ ਰਾਤ ਫਿਰ ਨਾ ਆਏਗੀ, ਓਪੀ ਨਈਅਰ। ਉਸ ਤੋਂ ਬਾਅਦ ਸਿਲਸਿਲਾ ਫਿਰ ਫਿਲਮਾਂ ਦਾ ਸ਼ੁਰੂ ਹੋ ਗਿਆ ਸੀ। ਹਾਂਜੀ, ਜੇ ਤੁਹਾਡੇ ਕੋਲੇ ਇਹ ਚੋਇਸ ਹੋਵੇ ਜੀ, ਦਿੱਤੀ ਜਾਏ 2 ਗੀਤ ਤੁਹਾਨੂੰ ਦਿੱਤੇ ਜਾਣ, ਇੱਕ ਦੇ ਵਿੱਚ ਸ਼ਾਇਰੀ ਹੈ, ਦੂਸਰੀ ਦੇ ਵਿੱਚ ਧੁਨ ਬਹੁਤ ਵਧੀਆ, ਤੇ ਤੁਹਾਨੂੰ ਕਿਹਾ ਜਾਏ ਇੱਕ ਗੀਤ ਤੁਸੀਂ ਚੁਣਨਾ, ਇੱਕ ਗਾਉਣਾ, ਕਿਹੜਾ ਚੁਣੋਗੇ? ਦੋਨੋਂ। ਐਕਚੁਅਲੀ ਸੰਗੀਤ ਆਪਣੇ ਆਪ 'ਚ ਕੰਪਲੀਟ ਹੈ, ਉਸ ਤਰ੍ਹਾਂ ਸ਼ਾਇਰੀ ਵੀ ਆਪਣੇ ਆਪ 'ਚ ਕੰਪਲੀਟ ਹੈ। ਇਹਨਾਂ ਦੋਨਾਂ ਦਾ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਨਾ ਕਿ ਵੀ ਚੋਲੀ ਦਾਮਨ ਦਾ ਸਾਥ ਹੈ, ਜਿਸ ਤਰ੍ਹਾਂ ਸ਼ਾਇਰੀ ਤੋਂ ਬਿਨਾਂ ਸੰਗੀਤ ਸਿਰਫ ਹੈ, ਹਾਲਾਂਕਿ ਹੈ ਕੰਪਲੀਟ, ਪਰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਸੋਚਦੇ ਹੋ ਕਿ ਮਿਸ ਕਰ ਰਹੇ ਹਾਂ ਅਸੀਂ। ਇਸੇ ਤਰ੍ਹਾਂ ਸ਼ਾਇਰੀ ਜੇ ਸਿਰਫ ਪੜ੍ਹੀ ਜਾਵੇ, ਉਸ ਤਰ੍ਹਾਂ ਤੁਸੀਂ ਸੋਚਦੇ ਹੋ ਕਿ ਜੇ ਇਸ ਨੂੰ ਗਾਇਆ ਜਾਂਦਾ ਤਾਂ ਜ਼ਿਆਦਾ ਖੂਬਸੂਰਤ ਹੁੰਦੀ ਹੈ। ਦੋਨਾਂ ਦਾ ਆਪਸ 'ਚ ਬਹੁਤ ਜ਼ਿਆਦਾ ਮਿਲਾਪ ਹੈ। ਇਹ ਤਾਂ ਹੋ ਨਹੀਂ, ਮਤਲਬ ਸਾਨੂੰ ਤਾਂ ਨਹੀਂ ਸਮਝ ਆਉਂਦਾ ਹੈਗਾ ਨਾ ਕਿ ਵੀ ਸ਼ਾਇਰੀ ਤੋਂ ਬਿਨਾਂ ਸੰਗੀਤ ਕਿਸ ਤਰ੍ਹਾਂ ਹੋ ਸਕਦਾ ਜਾਂ ਸੰਗੀਤ ਤੋਂ ਬਿਨਾਂ ਸ਼ਾਇਰੀ ਕਿਸ ਤਰ੍ਹਾਂ ਹੋ ਸਕਦੀ ਹੈ, ਕਿਉਂਕਿ ਸਾਡੇ ਦਿਮਾਗ 'ਚ ਸਰਟਨ ਨੋਟਸ ਆਉਂਦੇ ਨੇ ਜਿਸ ਵਕਤ ਈਵਨ ਅਸੀਂ ਸ਼ਾਇਰੀ ਕਰਦੇ ਹਾਂ। ਕੁਛ ਮਿਊਜ਼ਿਕ ਆਉਂਦਾ ਹੈ, ਕੁਛ ਰਿਦਮ ਆਉਂਦਾ ਹੈ, ਜਿਸ ਵਕਤ ਸ਼ਾਇਰੀ ਵੀ ਕੀਤੀ ਜਾਂਦੀ ਹੈ। ਤੇ ਇਸ ਤਰ੍ਹਾਂ ਸੰਗੀਤ ਦਾ ਵੀ ਹੈ ਕਿ ਕੁਛ ਬੋਲ ਸਾਡੇ ਦਿਮਾਗ 'ਚ ਜ਼ਰੂਰ ਆਉਂਦੇ ਹੈ ਤੇ ਅਸੀਂ ਡਮੀ ਬੋਲ ਕੇ ਕਦੀ ਲਿਖ ਲੈਂਦੇ ਹਾਂ ਕਿ ਵੀ ਹਾਂ ਇਹ ਗੀਤ ਦਾ ਇਸ ਤਰ੍ਹਾਂ ਹੈਗਾ, ਇਸ ਤਰ੍ਹਾਂ ਹੋਵੇਗਾ। ਜਿਸ ਤਰ੍ਹਾਂ ਕੋਈ ਠੁਮਰੀ ਹੈ ਜਾਂ ਕੋਈ ਖੂਬਸੂਰਤ ਗੀਤ ਹੈ, ਚਲੋ ਅਸੀਂ ਸੋਚਦੇ ਹਾਂ ਕਿ ਅਸੀਂ ਕਿਸੇ ਬੱਸ ਵਿੱਚ ਜਾ ਰਹੇ ਹਾਂ ਜਾਂ ਕਾਰ ਵਿੱਚ, ਤੁਸੀਂ ਕਦੇ ਖਿਆਲ ਕੀਤਾ ਹੈ ਕਿ ਉਸ ਵਕਤ ਸਾਡੇ ਦਿਮਾਗ 'ਚ ਕੋਈ ਨੋਟਸ ਆ ਰਹੇ ਨੇ ਸਰਟਨ ਟਾਈਪ ਦੇ, ਤੇ ਫਿਰ ਜੇ ਸੰਗੀਤ ਸਿੱਖਿਆ ਹੋਇਆ ਹੈਗਾ ਤੇ ਤੁਸੀਂ ਉਸੇ ਵਕਤ ਥੋੜ੍ਹਾ ਬਹੁਤ ਨੋਟੇਸ਼ਨ ਕਰ ਸਕਦੇ ਹੋ। ਜੇ ਨਹੀਂ ਆਉਂਦਾ ਤੇ ਹੋ ਸਕਦਾ ਭੁੱਲ ਜਾਵੇ, ਹੋ ਸਕਦਾ ਯਾਦ ਰਹੇ। ਇਸ ਸੰਗੀਤ ਦੀ ਟ੍ਰੇਨਿੰਗ ਦੀ ਤੁਸੀਂ ਗੱਲ ਖੂਬ ਕਰੀ ਜੀ। ਮੈਨੂੰ ਪਤਾ ਹੈ ਕਿ ਤੁਸੀਂ ਇੰਸਟਰੂਮੈਂਟਲ ਮਿਊਜ਼ਿਕ ਦੀ, ਵੋਕਲ ਮਿਊਜ਼ਿਕ ਦੀ ਮੇਰੇ ਖਿਆਲ ਮਾਸਟਰਸ ਕਰੀ ਹੈ। ਹਾਂਜੀ।
ਇੱਕ ਵਿਦਿਆਰਥੀ ਹੈ ਜੀ, ਵਿਦਿਆਰਥਣ ਹੈ ਜਿਹੜੀ ਕਿ ਅਲਜਬਰੇ ਦੇ ਵਿੱਚ ਬਹੁਤ ਅੱਛੀ ਹੈ, ਪਰ ਗੀਤ ਗਾਉਣ ਦੇ ਵਿੱਚ ਉਸ ਦੀ ਕੋਈ ਸ਼ੌਕ ਨਹੀਂ ਜਾਂ ਉਸ ਦੀ ਕੋਈ ਦਿਲਚਸਪੀ ਨਹੀਂ। ਕੀ ਟ੍ਰੇਨਿੰਗ ਨਾਲ ਤੁਸੀਂ ਉਸ ਨੂੰ ਗੀਤਕਾਰ ਬਣਾ ਸਕਦੇ ਹੋ? ਅਕਵਾਇਰਡ ਹੈ ਗੀਤਕਾਰੀ ਜਾਂ ਕਿ ਇਹ ਟੈਲੈਂਟ ਸਿੱਖਿਆ ਜਾ ਸਕਦਾ ਹੈ? ਕੀ ਇਹ ਕੁਦਰਤੀ ਗਿਫਟ ਹੈ? ਹਾਂਜੀ, ਗਿਫਟ ਦੇ ਨਾਲ ਮਿਹਨਤ ਵੀ ਹੁੰਦੀ ਹੈ। ਗਿਫਟਡ ਹੁੰਦੇ ਆ ਬਹੁਤ ਸਾਰੇ ਬੱਚੇ, ਤੁਸੀਂ ਦੇਖੋ ਕਿ ਪੜ੍ਹਨ ਵਿੱਚ ਜਿਸ ਤਰ੍ਹਾਂ ਮੈਥਸ ਸਾਰੇ ਸੋਚਦੇ ਆ ਕਿ ਬਹੁਤ ਡਿਫਿਕਲਟ ਹੁੰਦਾ, ਪਰ ਬਹੁਤ ਸਾਰੇ ਬੱਚੇ ਦੇਖੋ ਮੈਥਸ ਵਿੱਚ ਹੀ ਸਭ ਤੋਂ ਜ਼ਿਆਦਾ ਹੁਸ਼ਿਆਰ ਹੁੰਦੇ। ਇਸ ਤਰ੍ਹਾਂ ਹੀ ਸੰਗੀਤ ਦਾ ਕਿ ਜੇ ਟੈਲੈਂਟ ਥੋੜਾ ਹੈ ਵੀ ਤਾਂ ਉਸ ਨੂੰ ਬਹੁਤ ਜ਼ਿਆਦਾ ਅੱਗੇ ਵਧਾਇਆ ਜਾ ਸਕਦਾ ਹੈ ਜਾਂ ਨਹੀਂ? ਬਿਲਕੁਲ ਨਹੀਂ ਟੈਲੈਂਟ, ਬਿਲਕੁਲ ਉਹ ਤਾਂ ਸਿੱਖਦੇ ਹੀ ਨਹੀਂ ਨਾ। ਫਿਰ ਜੇ ਬਿਲਕੁਲ ਟੈਲੈਂਟ ਹੈ ਹੀ ਨਹੀਂ, ਜੇ ਸਾਹ ਵੀ ਨਹੀਂ ਕਰ ਸਕਦਾ ਬੰਦਾ ਕਿ ਸਾਹ ਹੀ ਨਹੀਂ ਠੀਕ ਕਹਿ ਰਿਹਾ ਹੈ ਨਾ, ਤੇ ਉਹ ਤੇ ਫਿਰ ਸਮਝ ਲਓ ਕਿ ਉਹਨੇ ਸਿੱਖਣਾ ਹੀ ਨਹੀਂ ਹੈ ਉਸ ਚੀਜ਼ ਨੂੰ। ਪਰ ਟ੍ਰੇਨਿੰਗ ਨਾਲ ਉਸ ਨੂੰ ਬਣਾਇਆ ਜਾ ਸਕਦਾ। ਟ੍ਰੇਨਿੰਗ ਜੇ ਉਸ ਨੂੰ ਸ਼ੌਕ ਹੋਵੇ, ਜੇ ਉਸ ਨੂੰ ਸ਼ੌਕ ਹੋਵੇ ਤਦ ਬਣਾ। ਕਿ ਜਿਸ ਤਰ੍ਹਾਂ ਸਾਡੇ ਮਿਊਜ਼ਿਕ ਡਾਇਰੈਕਟਰ, ਕਾਫੀ ਮਿਊਜ਼ਿਕ ਡਾਇਰੈਕਟਰ ਹੈਗੇ ਸੀਗੇ ਜਿਨ੍ਹਾਂ ਦੇ ਹੁਣ ਮੈਂ ਨਾਮ ਨਹੀਂ ਲਵਾਂਗੀ, ਕਿ ਉਹਨਾਂ ਨੂੰ ਗਾਣਾ ਬਿਲਕੁਲ ਨਹੀਂ ਸੀ ਆਉਂਦਾ, ਪਰ ਦੇ ਵਰ ਵੈਰੀ ਗੁੱਡ ਮਿਊਜ਼ੀਸ਼ੀਅਨਸ, ਬਹੁਤ ਅੱਛਾ ਵਜਾਉਂਦੇ ਸੀ ਤੇ ਜਿਹੜੇ ਗਾ ਨਹੀਂ ਸਕਦੇ ਸੀਗੇ, ਪਰ ਉਹਨਾਂ ਦੀ ਆਵਾਜ਼, ਕਿਉਂਕਿ ਸਾਨੂੰ ਜਿਸ ਵਕਤ ਦੱਸਦੇ ਸੀਗੇ ਕਿ ਵੀ ਇਹ ਗਾਣਾ ਹੈਗਾ ਤੇ ਟਿਊਨ ਇਸ ਤਰ੍ਹਾਂ ਹੈ ਤੇ ਯੂ ਜਸਟ ਫੋਲੋ ਮਾਈ, ਜਿਸ ਤਰ੍ਹਾਂ ਮੇਰੇ ਐਕਸਪ੍ਰੈਸ਼ਨ ਮੇਰੇ ਫੋਲੋ ਕਰੋ, ਤੇ ਉਸ ਤਰ੍ਹਾਂ ਗਾਣਾ ਪੈਂਦਾ ਸੀ, ਪਰ ਉਹਨਾਂ ਦੀ ਆਵਾਜ਼ ਨਹੀਂ ਸੀ ਤੇ ਗਾ ਨਹੀਂ ਸਕਦੇ ਸੀਗੇ। ਜਦੋਂ ਤੁਸੀਂ ਮੁਹੰਮਦ ਰਫੀ ਸਾਹਿਬ ਨਾਲ ਗਾਇਆ, ਓਪੀ ਨਈਅਰ ਦੇ ਸੰਗੀਤ ਓਪੀ ਨਈਅਰ ਸਾਹਿਬ ਨਾਲ ਗਾਇਆ, ਜਦੋਂ ਤੁਸੀਂ ਗਾਉਣ ਤੋਂ, ਰਿਕਾਰਡ ਕਰਨ ਤੋਂ ਜਾਂ ਰਿਹਰਸਲ ਤੋਂ ਪਹਿਲਾਂ, ਰਿਆਜ਼ ਤੋਂ ਪਹਿਲਾਂ ਗੱਲਾਂ ਬਾਤਾਂ ਕਰਦੇ ਸੀ ਜੀ, ਕਿਹੜੀ ਬੋਲੀ 'ਚ ਕਰਦੇ ਸੀ? ਕਿਹੋ ਜਿਹੀਆਂ ਗੱਲਾਂ ਬਾਤਾਂ ਸੀ? ਬੋਲੀ ਦੇਖੋ ਹਿੰਦੀ ਤੇ ਪੰਜਾਬੀ ਹੁੰਦੀ ਸੀ। ਅਸੀਂ ਪੰਜਾਬੀ ਸੀਗੇ, ਜਿਸ ਤਰ੍ਹਾਂ ਰਫੀ ਸਾਹਿਬ ਤੁਸੀਂ ਗੱਲ ਕਰ ਰਹੇ ਔਰ ਓਪੀ ਨਈਅਰ ਦੀ, ਹਾਂਜੀ, ਅਸੀਂ ਤੇ ਤਿੰਨੇ ਪੰਜਾਬੀ ਸੀਗੇ ਤੇ ਸਾਡੀ ਗੱਲਬਾਤ ਤੇ ਪੰਜਾਬੀ ਜੀ ਹੁੰਦੀ ਸੀ। ਪਰ ਜੇ ਹੁਣ ਜੇ ਹਿੰਦੀ ਬੋਲਣ ਵਾਲੇ ਆ ਗਏ ਨੇ, ਜਿਸ ਤਰ੍ਹਾਂ ਉਹਨਾਂ ਦੇ ਕੋਲ ਆਉਂਦੇ ਸੀ ਸ਼ਕਤੀ ਸਾਮੰਤ ਜਾਂ ਦੂਸਰੇ ਪ੍ਰੋਡਿਊਸਰਸ ਜਾਂ ਡਾਇਰੈਕਟਰਸ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਹੈ, ਤਾਂ ਨੈਚੁਰਲੀ ਤੁਸੀਂ ਉਹਨਾਂ ਨਾਲ ਹਿੰਦੀ ਬੋਲੋਗੇ ਨਾ, ਹੈ ਨਾ। ਪਰ ਜਿੰਨੇ ਅਸੀਂ ਪੰਜਾਬੀ ਹੁੰਦੇ ਸੀ, ਜਿਸ ਵਕਤ ਅਸੀਂ ਸਾਰੇ ਇਕੱਠੇ ਹੁੰਦੇ ਸੀਗੇ ਪੰਜਾਬੀ, ਤੇ ਅਸੀਂ ਸਿਰਫ ਪੰਜਾਬੀ ਬੋਲਦੇ ਸੀ। ਈਵਨ ਮੈਂ ਤੁਹਾਨੂੰ ਪਿਛਲੇ ਦਿਨਾਂ ਦੀ ਗੱਲ ਦੱਸਾਂ, ਮੈਂ ਲੰਡਨ ਸੀਗੀ ਕਾਫੀ ਸਾਲ ਪਹਿਲੇ, ਤੇ ਕੁਝ ਪਾਕਿਸਤਾਨੀ ਲੜਕੇ ਮੇਰੇ ਕੋਲੋਂ ਸਿੱਖਦੇ ਸੀਗੇ ਗਾਣਾ, ਤੇ ਉਹ ਇੱਕ ਦਿਨ ਆ ਕੇ ਕਹਿੰਦੇ, दीदी कहते सी मैनू वो लड़के, कहते दीदी हम तो थक गए उर्दू बोलते बोलते, हमारे जबड़े दुखने लग गए, प्लीज़ आप पंजाबी में बात करेंगे हमसे। ये अपनी लैंग्वेज नाल प्यार हुंदा है, इंसान नूं हरेक नूं प्यार हुंदा है और होना भी चाहिए। तो मैनूं तो ये नहीं समझ आंदा कि साडे जिस तरह गुरुआं ने गुरु ग्रंथ साहब विच 36 रागां दे विच सारे शब्द गुरबाणी कंपोज कीती सी और बहुत खूबसूरत। ਮੈਨੂੰ ਸਮਝ ਇਹ ਨਹੀਂ ਆਉਂਦਾ ਹੈਗਾ ਕਿ ਮਿਊਜ਼ਿਕ ਸਾਡਾ ਜਿਹੜਾ ਹੈਗਾ ਇੰਨਾ ਸਮ ਟਾਈਮ ਲੱਗਦਾ ਹੈ ਕਿ ਬਹੁਤ ਉੱਪਰੋਂ ਉੱਪਰੋਂ ਹੈਗਾ, ਉੱਤੇ ਉੱਤੇ ਹੈਗਾ ਬਿਲਕੁਲ, ਯਾਨੀ ਤੁਸੀਂ ਇਹ ਨਹੀਂ ਸੋਚਦੇ ਕਿ ਇਹਦੇ 'ਚ ਕੋਈ ਖੂਬਸੂਰਤੀ ਜ਼ਿਆਦਾ ਹੋਣੀ ਚਾਹੀਦੀ ਹੈ, ਸਿਰਫ ਸ਼ੋਰ ਮਚਾ ਕੇ ਅਸੀਂ ਰਹਿ ਜਾਂਦੇ ਹਾਂ। ਉਹ ਕਿੱਥੇ ਗਿਆ ਸੰਗੀਤ ਸਾਡਾ ਜਿਹੜਾ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਸੀ। ਜੋ ਤੁਸੀਂ ਹਿੰਦੀ ਫਿਲਮਾਂ 'ਚ ਗੀਤ ਗਾਏ ਜੀ, ਉੱਥੇ ਗਾਉਣ ਵਾਲਿਆਂ ਦੀ ਤੇ ਫਿਲਮ ਇੰਡਸਟਰੀ ਦੇ ਵਿੱਚ ਜਿਹੜੇ ਗੀਤਕਾਰ ਸੰਗੀਤਕਾਰ ਨੇ ਉਹਨਾਂ ਦੀ ਗੁੱਟਬੰਦੀ ਵੀ ਹੈ ਕੋਈ? ਗੁੱਟਬੰਦੀ ਤੇ ਦੇਖੋ ਜੀ ਹਰੇਕ ਜਗ੍ਹਾ ਹੁੰਦੀ ਹੈ, ਕਿੱਥੇ ਨਹੀਂ ਹੁੰਦੀ, ਕੰਪੀਟੀਸ਼ਨ ਕਿੱਥੇ ਨਹੀਂ ਹੈ। ਪਰ ਉਹ ਬੜਾ ਖੂਬਸੂਰਤ ਕੰਪੀਟੀਸ਼ਨ ਸੀਗਾ ਕਿ ਅੱਛੇ ਤੋਂ ਅੱਛੀ ਟਿਊਨ ਬਣਾਉਂਦੇ ਸੀ ਕੰਪੋਜ਼ਰਸ, ਤੇ ਸਾਡਾ ਵੀ ਇਹ ਹੁੰਦਾ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਅੱਛਾ ਗਾਈਏ। ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ, ਮਾਏ ਨੀ ਮਾਏ ਮੈਨੂੰ ਲੌਂਗ ਕੜਾ ਦੇ, ਲੌਂਗ ਕੜਾ ਦੇ, ਨਗ ਜੜਵਾ ਦੇ, ਨਗ ਜੜਵਾ ਦੇ ਐਸਾ। क्यों ना कह दे मोहब्बत खुदा है, ये हकीकत नहीं है तो क्या है। क्यों ना कह दे मोहब्बत खुदा है, ये हकीकत नहीं है तो क्या है। ओ दिल वाले दाव लगा ले, कर दिया दिल को तेरे हवाले। ये नीची निगाहें गज़ब कर गई, पता ना चला जुल्म कब कर गई। हुजूरे वाला जो हो इजाजत तो हम ये सारे जहाँ से कह दें, तुम्हारी अदाओं पे मरते हैं हम,
ये किसने कहा है कि डरते हैं हम जीरे वाला। ਓਪੀ ਨਈਅਰ ਸਾਹਿਬ ਨੇ ਲਤਾ ਮੰਗੇਸ਼ਕਰ ਜੀ ਨੂੰ ਪਸੰਦ ਨਾ ਕੀਤਾ, ਕੋਈ ਵਜ੍ਹਾ ਹੋਗੀ ਕਿ ਉਹਨਾਂ ਨੇ ਉਹਨਾਂ ਦੇ ਗੀਤ ਨਾ ਗਾਏ, ਪਰ ਤੁਸੀਂ ਤੇ ਲਤਾ ਮੰਗੇਸ਼ਕਰ ਜੀ ਨੇ ਇਕੱਠੇ ਕਈ ਗੀਤ ਗਾਏ ਜੀ। ਨੀ ਮੈਂ ਯਾਰ ਮਨਾਉਣਾ ਨਹੀਂ, ਭਾਵੇਂ ਲੋਕ ਬੋਲੀਆਂ ਮਾਰੇ, ਪੰਜਾਬੀ ਦੇ ਨੋਟਸ ਵਾਲਾ ਗੀਤ ਬੜਾ ਤੁਹਾਡਾ ਪਾਪੂਲਰ ਹੋਇਆ। ਕਿਸ ਤਰ੍ਹਾਂ ਸੀ ਜੀ ਲਤਾ ਜੀ ਨਾਲ ਜਦ ਤੁਸੀਂ ਗਾਉਂਦੇ ਇਕੱਠੇ ਕੰਮ ਕਰਦੇ ਸੀ, ਕਿਸ ਤਰ੍ਹਾਂ ਦੇ ਸੰਬੰਧ ਰਹੇ ਤੁਹਾਡੇ ਆਪਣੇ? ਮੇਰੇ ਸੰਬੰਧ ਤੇ ਦੇਖੋ ਜੀ ਸਾਰਿਆਂ ਨਾਲ ਬਹੁਤ ਅੱਛੇ ਸੀਗੇ, ਕਿਉਂਕਿ ਉਹ ਤੇ ਡਿਬੇਟ ਗਾਣੇ ਹੁੰਦੇ ਸੀ, ਉਹਨਾਂ ਨੂੰ ਕੋਈ ਨਾ ਕੋਈ ਤੇ ਆਰਟਿਸਟ ਨਾਲ ਗਾਣਾ ਹੀ ਪੈਂਦਾ। ਤੇ ਮੈਂ ਗਾਉਂਦੀ ਸੀ ਉਹਨਾਂ ਨਾਲ, ਜਾਂ ਉਹਨਾਂ ਦੀ ਸਿਸਟਰ ਗਾਉਂਦੀ ਸੀਗੀ, ਜਾਂ ਆਸ਼ਾ ਭੋਸਲੇ ਗਾਉਂਦੀ ਸੀ। ਤੇ ਫਿਰ ਮੈਂ ਪੰਜਾਬੀ ਹੋਣ ਦੇ ਨਾਤੇ, ਕਿਉਂਕਿ ਇਹਦੇ ਸਾਰੇ ਬੋਲ ਪੰਜਾਬੀ ਨੇ, ਸੇ ਇਸ ਕਰਕੇ ਮੈਂ ਲਤਾ ਜੀ ਨਾਲ ਇੱਕੋ ਹੀ ਗਾਣਾ ਨਹੀਂ ਗਾਇਆ, ਮੈਂ ਤੇ ਬਹੁਤ ਗਾਣੇ ਗਾਏ ਆ ਉਹਨਾਂ ਨਾਲ, ਹਿੰਦੀ ਦੇ ਬਹੁਤ ਗਾਣੇ ਗਾਏ। ਫਿਰ ਇਹ ਤੇ ਹੁੰਦਾ ਨਾ ਕਿ ਹੁਣ ਸਾਡੀ ਵੀ ਮਿਹਨਤ ਸੀਗੀ ਇੰਨੀ, ਹੈ ਨਾ, ਤੇ ਉਹਨਾਂ ਨੂੰ ਜੈਸਾ ਦੱਸਿਆ ਕਿ ਕੋਈ ਨਾ ਕੋਈ ਤੇ ਚਾਹੀਦਾ ਹੈਗਾ, ਹੈ ਨਾ। ਤੇ ਮੈਂ ਐਕਚੁਅਲੀ ਸਾਰੇ ਗਾਣੇ ਜਿੰਨੇ ਡਿਬੇਟ ਹੁੰਦੇ ਸੀਗੇ ਸਾਰਿਆਂ 'ਚ ਹਮੇਸ਼ਾ ਮੈਨੂੰ ਬੁਲਾ ਲੈਂਦੇ ਸੀਗੇ ਉਹ, ਕਿ ਵੀ ਡਿਬੇਟ ਗਾਣਾ ਹੈਗਾ, ਚਲੋ ਮੈਨੂੰ, ਕਿਉਂਕਿ ਆਦਤ ਪੈ ਜਾਂਦੀ ਹੈ ਇੱਕ ਆਰਟਿਸਟ ਦੀ। ਮੈਨੂੰ ਵੀ ਸਾਰੇ ਮੇਰੇ ਡਾਇਰੈਕਟਰਾਂ ਨੇ ਮਤਲਬ ਦੂਸਰੇ ਗਾਣੇ ਵੀ ਸੋਲੋ ਵੀ ਗਵਾਏ ਕਾਫੀ, ਰਫੀ ਸਾਹਿਬ ਨਾਲ, ਦੂਸਰੇ ਮੰਨਾ ਡੇ ਨਾਲ, ਮਹਿੰਦਰ ਕਪੂਰ ਨਾਲ, ਤੇ ਆਸ਼ਾ ਜੀ ਨਾਲ, ਤੇ ਮੈਂ ਜ਼ਿਆਦਾ ਤੋਂ ਜ਼ਿਆਦਾ ਗਾਣੇ ਮੈਂ ਆਸ਼ਾ ਭੋਸਲੇ ਨਾਲ ਗਾਏ ਨੇ। ਸੰਗੀਤ ਦੀ ਕਾਮਯਾਬੀ ਨੂੰ ਮਾਪਣ ਲਈ ਤੁਸੀਂ ਨਹੀਂ ਸਮਝਦੇ ਕਿ ਫਿਲਮਾਂ ਹੀ ਪੈਮਾਨਾ ਨੇ, ਕਿ ਜਿਹੜਾ ਫਿਲਮਾਂ 'ਚ ਹਿੱਟ ਹੋ ਗਿਆ ਉਹੀ ਵਧੀਆ ਗਾ ਸਕਦਾ ਹੈ? ਨਹੀਂ, ਬਿਲਕੁਲ, ਕਿਉਂਕਿ ਜਿਸ ਵਕਤ ਫਿਲਮਾਂ ਨਹੀਂ ਸੀ ਬਣਦੀਆਂ ਉਸ ਵਕਤ ਵੀ ਸੰਗੀਤ ਆਪਣੇ ਉਰੂਜ ਤੇ ਸੀ, ਹੈ ਨਾ। ਤੇ ਜਿਸ ਵਕਤ ਫਿਲਮਾਂ ਨਹੀਂ ਬਣਨਗੀਆਂ ਉਸ ਵਕਤ ਵੀ ਸੰਗੀਤ ਤੇ ਸੰਗੀਤ ਹੈ, ਕੰਪਲੀਟ ਚੀਜ਼ ਹੈ ਨਾ। ਤੁਹਾਨੂੰ ਦੱਸਿਆ ਕਿ ਉਸ ਨੂੰ ਕਿਸੇ ਦੀ ਜ਼ਰੂਰ ਉਹ ਨਹੀਂ ਹੈ ਕਿ ਕੀ ਕਹਿੰਦੇ, ਕਿਸੇ ਦੀ ਦਰਕਾਰ ਨਹੀਂ ਹੈ ਕਿ ਫਿਲਮਾਂ ਤੋਂ ਬਿਨਾਂ ਕੋਈ ਸੰਗੀਤ ਅਧੂਰਾ ਹੈ, ਫਿਲਮਾਂ ਕੰਪਲੀਟ ਕਰਨੀਆਂ, ਨਾ ਨਾ ਨਾ। ਬਹੁਤ ਸਾਰੇ ਦੇਖੋ ਪ੍ਰਾਈਵੇਟ ਆਰਟਿਸਟ, ਤੁਸੀਂ ਦੇਖੋ ਅਮਰੀਕਾ 'ਚ ਅਸੀਂ ਦੇਖਦੇ ਹਾਂ, ਕੈਨੇਡਾ 'ਚ, ਦੂਸਰੀਆਂ ਕੰਟਰੀਆਂ ਕਿ ਪ੍ਰਾਈਵੇਟ ਆਰਟਿਸਟ ਕਿੰਨਾ ਅੱਛਾ ਗਾਉਂਦੇ ਨੇ, ਤੇ ਸਿੰਗਰਸ ਕਦੇ ਕਦੇ ਮਤਲਬ ਫਿਲਮਾਂ 'ਚ ਗਾਏ ਵੀ ਨਹੀਂ ਸ਼ਾਇਦ। ਬਹੁਤ ਸਾਰੇ ਗਾਉਣ ਵਾਲੇ ਨੇ, ਜਿਹੜੇ ਗਾਉਣ ਵਾਲੀਆਂ ਵੀ, ਉਹਨਾਂ ਨੂੰ ਕਦੇ ਮਾਈਕ੍ਰੋਫੋਨ ਨਹੀਂ ਜੀ ਮਿਲ ਸਕਦਾ, ਕਦੇ ਉਹ ਸਥਾਪਿਤ ਨਾ ਹੋ ਸਕੇ, ਪਰ ਗਾਉਂਦੇ ਬਹੁਤ ਵਧੀਆ ਨੇ ਤੇ ਗਾਉਂਦੀਆਂ ਬਹੁਤ ਵਧੀਆ ਨੇ। ਉਹਨਾਂ ਨੂੰ ਕੀ ਦੱਸਣਾ ਚਾਹੋਗੇ ਤੁਸੀਂ? ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਗਾਉਂਦੇ ਰਹਿਣ, ਗਾਣਾ ਬਜਾਣਾ, ਉਹ ਕਹਿੰਦੇ ਆ ਨਾ ਕਦੇ ਕਦੇ ਕਹਿੰਦੇ ਆ ਕਿ ਗਾਣਾ ਔਰ ਰੋਣਾ ਸਿੱਖਣਾ ਥੋੜੀ ਪੈਂਦਾ। ਤੇ ਜੇ ਉਹਨਾਂ ਨੇ ਉਸ ਤਰ੍ਹਾਂ ਵੀ, ਈਵਨ ਮੈਂ ਤੇ ਦੇਖਿਆ ਹੈਗਾ ਕਾਫੀ ਸਾਡੇ ਨਾਲ, ਮੇਰੇ ਨਾਲ ਜਿਹੜੀਆਂ ਕੁੜੀਆਂ ਸਿੱਖਦੀਆਂ ਸੀਗੀਆਂ ਈਵਨ ਕਲਾਸੀਕਲ ਵਗੈਰਾ, ਉਹ ਕਦੇ ਮਾਈਕ੍ਰੋਫੋਨ ਤੇ ਗਾਈਆਂ ਹੀ ਨਹੀਂ, ਪਰ ਉਹਨੇ ਸਿੱਖਿਆ ਨਾ। ਮੈਂ ਮਾਸਟਰਸ ਕੀਤੀ ਸੀ ਮੇਰੇ ਨਾਲ ਹੀ। ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹਰੇਕ ਚੀਜ਼ ਸਾਡੇ ਇਸਤੇਮਾਲ ਲਈ ਹੈਗੀ ਹੈ ਨਾ। ਹਿੰਦੀ ਦੇ ਫੀਮੇਲ ਸਿੰਗਰਸ ਦੇ ਵਿੱਚ ਜਦੋਂ ਗੱਲ ਚੱਲਦੀ ਹੈ ਜੀ, ਤੁਸੀਂ ਤੁਹਾਡੇ ਸਮਕਾਲੀ ਲਤਾ ਮੰਗੇਸ਼ਕਰ ਜੀ, ਉਹਨਾਂ ਦੀਆਂ ਭੈਣਾਂ ਕਾਫੀ ਲੰਬੇ ਸਮੇਂ ਤੋਂ ਗਾਉਂਦੇ ਆ ਰਹੇ ਹੋ। ਉਸ ਤੋਂ ਬਾਅਦ ਅਨੁਰਾਧਾ ਪਡਵਾਲ ਜੀ ਆਏ। ਕੀ ਵਜ੍ਹਾ ਹੋਈ ਕਿ ਹਾਲੇ ਤੱਕ ਵੀ ਲਤਾ ਮੰਗੇਸ਼ਕਰ ਜੀ ਹੀ ਆਪਣੀ ਥਾਂ ਤੇ ਪੂਰੇ ਸ਼ਸ਼ੋਭਤ ਨੇ? ਇਹਨਾਂ ਲੜਕੀਆਂ ਨੂੰ ਦੂਸਰੀਆਂ ਜਿਹੜੀਆਂ ਹੁਣ ਨਵੀਆਂ ਆ ਰਹੀਆਂ ਨੇ, ਪ੍ਰਵੇਸ਼ ਕਰ ਰਹੀਆਂ ਨੇ, ਇਹਨਾਂ ਨੂੰ ਉਹ ਢੁਕਵੀਂ ਥਾਂ ਨਹੀਂ ਮਿਲੀ ਜਿਹੜੀ ਲਤਾ ਮੰਗੇਸ਼ਕਰ ਜੀ ਇੰਨੇ ਵਰ੍ਹਿਆਂ ਬਾਅਦ ਵੀ ਇਸ ਵੇਲੇ ਬਰਕਰਾਰ ਰੱਖ ਰਹੇ ਨੇ। ਕੀ ਵਜ੍ਹਾ ਹੋਈ? ਕਿਉਂਕਿ ਜਿੰਨੇ ਸਿੰਗਰਸ ਹੈਗੇ ਨੇ ਸਾਰੇ ਲਤਾ ਮੰਗੇਸ਼ਕਰ ਨੂੰ ਫੋਲੋ ਕਰਦੇ ਨੇ, ਜਾਂ ਕੁਛ ਮੁਹੰਮਦ ਰਫੀ ਨੂੰ ਫੋਲੋ ਕਰਦੇ ਨੇ, ਜਾਂ ਕੁਛ ਥੋੜੇ ਬਹੁਤ ਮੁਕੇਸ਼ ਨੂੰ, ਜ਼ਿਆਦਾ ਕਰਕੇ ਇਹਨਾਂ ਨੂੰ ਵੀ ਫੋਲੋ ਕਰਦੇ ਨੇ। ਤੇ ਇਹਨਾਂ ਦੀ ਆਪਣੀ ਪਹਿਚਾਣ ਤੇ ਬਣ ਨਹੀਂ ਸਕਦੀ ਨਾ। ਤੇ ਫਿਰ ਜੋ ਵੀ ਉਹਨਾਂ ਨੂੰ ਫੋਲੋ ਕਰੇਗਾ ਉਹ ਉਸ ਜਗ੍ਹਾ ਤੇ ਆ ਜਾਂਦਾ, ਇੱਕ ਦੂਸਰੇ ਦੀ ਜਗ੍ਹਾ ਤੇ ਆ ਹੀ ਜਾ ਰਹੇ ਨੇ। ਦੇਖੋ ਨਾ ਕਿੰਨੇ ਸਿੰਗਰ ਆ ਗਏ, ਪਤਾ ਵੀ ਨਹੀਂ ਲੱਗਦਾ ਹੈਗਾ ਕੌਣ ਗਾ ਰਿਹਾ। ਉਸ ਜ਼ਮਾਨੇ 'ਚ ਜਦੋਂ ਹੁੰਦਾ ਸੀ ਕਿ ਖੈਰ ਲਤਾ ਜੀ ਦੀ ਆਵਾਜ਼ ਤੇ ਪਛਾਣੀ ਜਾਂਦੀ ਹੈ, ਪਰ ਅੱਜ ਕੱਲ੍ਹ ਜਿੰਨੀਆਂ ਲੜਕੀਆਂ ਆ ਰਹੀਆਂ ਨੇ ਉਹ ਸਭ ਦਾ ਪਤਾ ਲੱਗਦਾ ਕਿ ਕੋਈ ਵੀ ਕੌਣ ਗਾ ਰਹੀ ਹੈ ਨਹੀਂ ਪਤਾ, ਤੁਸੀਂ ਦੱਸ ਨਹੀਂ ਸਕਦੇ, ਕਿਉਂਕਿ ਉਹ ਲਤਾ ਮੰਗੇਸ਼ਕਰ ਨੂੰ ਹੀ ਫੋਲੋ ਕਰ ਰਹੀਆਂ ਨੇ, ਜਾਂ ਆਸ਼ਾ ਭੋਸਲੇ ਨੂੰ ਫੋਲੋ ਕਰ ਰਹੀਆਂ ਨੇ, ਜਾਂ ਰਫੀ ਸਾਹਿਬ ਨੂੰ, ਜਿੰਨੇ ਲੜਕੇ ਆ ਰਹੇ ਨੇ। ਤਾਂ ਉਹਦੀ ਵਜ੍ਹਾ ਨਾਲ ਉਹ ਫਿਰ ਇਹੀ ਰਹੇਗਾ ਕਿ ਲਤਾ ਮੰਗੇਸ਼ਕਰ ਹੀ ਹੈਗੀ ਹੈ। ਤੁਹਾਡੇ ਬਾਰੇ ਮੈਂ ਇੱਕ ਦਫਾ ਪੜ੍ਹਿਆ ਸੀ, ਤੁਸੀਂ ਕਿਸੇ ਸੰਗੀਤਕਾਰ ਨੇ ਤੁਹਾਨੂੰ ਪੁੱਛਿਆ ਜੀ ਕਿ ਹੁਣ ਗਾਉਣ ਵਾਲਾ ਕੌਣ ਆਏਗਾ? ਹਾਂਜੀ, ਉਹ ਸੰਗੀਤਕਾਰ ਸ਼ੰਕਰ ਜੀ ਸੀਗੇ, ਸ਼ੰਕਰ ਜੈਕਿਸ਼ਨ ਦੇ ਨਾਲ ਜਿਹੜੇ ਕੰਮ ਕਰਦੇ ਸੀ ਸ਼ੰਕਰ। ਉਹਨਾਂ ਨੇ ਇੱਕ ਵਾਰੀ ਪੁੱਛਿਆ ਸੀ ਮੇਰੇ ਕੋਲ ਕਿ ਮੀਨੂ तुम्हारा क्या ख्याल है कि कौन सा लड़का लड़की इनमें से जो नए आ रहे हैं कौन सा आएगा? तो मैं कहा ਸੀ कि भी कोई नहीं आएगा, क्योंकि कोई अपनी पहचान बना नहीं रहा। सब लता मंगेशकर ਨੂੰ ਗਾ ਰਹੇ ਨੇ, तो लता मंगेशकर ਸਾਨੂੰ याद आएगी ना कि हाँ जी इसकी आवाज़ लता मंगेशकर से मिलती है, इसलिए इसको चांस दे दो।
ਉਹ ਬਾਹਰ ਗਏ ਨਹੀਂ ਹੈ ਇਹਨਾਂ ਆਰਟਿਸਟਾਂ ਦੇ ਵਿੱਚੋਂ, ਜਿਹੜੇ ਮਿਊਜ਼ਿਕ ਡਾਇਰੈਕਟਰ ਨੇ ਜਾਂ ਪ੍ਰੋਡਿਊਸਰ ਜਾਂ ਡਾਇਰੈਕਟਰ ਜੋ ਵੀ, ਉਹ ਵੀ ਉੱਥੇ ਹੀ ਨੇ ਅਜੇ ਤੱਕ। फिर मुश्किल हो जाता है, फिर थोड़ा कोई आर्टिस्ट याद आएगा कि हाँ भाई मेरी फलाने की जो सिंगर है उसकी आवाज़ मोहम्मद रफ़ी के साथ मिलती है, उसको गाना गवा दो यार। वो फलानी लड़की की आवाज़ लता मंगेशकर से मिलती है, आशा भोसले से मिलती है, उसको गवाओ गाना। कोई नवी आवाज़ वाला आवे तो सब जने ऐसा की करिए देना, उन्होंने पता नहीं लगता हाउ टू इस्तेमाल किस तरह करना है उसका। ਮੈਨੂੰ ਪੁਰਸ਼ੋਤਮ ਜੀ, ਤੁਹਾਡਾ ਸੰਗੀਤ ਬਾਰੇ ਕੀ ਵਿਜ਼ਨ ਹੈ? ਤੁਹਾਨੂੰ ਭਵਿੱਖ ਕਿਸ ਤਰ੍ਹਾਂ ਲੱਗਦਾ ਹੈ ਅਤੇ ਸਾਡੇ ਵੇਖਣ ਤੇ ਸੁਣਨ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ? हाँ जी, मैं तो यही कहना चाहवागी कि हरेक इंसान नू अच्छे काम करने की आदत पानी चाहिए है। जरा संगीत भी जड़ा है, जे असी अच्छा संगीत सुनने की आदत पावांगे तो उसकी गाउन की कोशिश करांगे या उसनू तो उस नाल संगीत नाल जस्टिस तो होएगा, साढ़े अपने नाल भी जस्टिस होएगा। तो क्योंकि संगीत जड़ा है पॉप म्यूजिक है जड़ा, इसने सिर्फ बहुत ज़्यादा जोर दी जिस तरह म्यूजिक बजदा है अजकल, दैट इज़ नॉट गुड फॉर हैल्थ ਲਈ ਵੀ ਸਾਡੇ ਲਈ ਖਰਾਬ ਹੈ। ਤੇ ਵੈਸੇ ਵੀ ਸਾਨੂੰ ਅਸੀਂ ਬੱਚਿਆਂ ਨੂੰ ਕੀ ਦੱਸਾਂਗੇ ਕਿ ਸਾਨੂੰ ਇਹ ਸਾਡਾ ਕਲਚਰ ਹੈਗਾ, ਸਾਡਾ ਕਲਚਰ ਤੇ ਉਹ ਨਹੀਂ ਹੈਗਾ। ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਕਲਚਰ ਵੱਲ ਧਿਆਨ ਦੇਈਏ ਔਰ ਹੈਲਦੀ ਮਿਊਜ਼ਿਕ ਸੁਣਨ ਦੀ ਕੋਸ਼ਿਸ਼ ਕਰੀਏ। ਪਰ ਇਸ ਦੇ ਲਈ ਥੋੜੀ ਬਹੁਤ ਟਾਈਮ ਲੱਗਦਾ ਹੈ ਆਦਤ ਪਾਉਣ ਲਈ, ਕਿ ਕਿਸੇ ਨੂੰ ਜਿਸ ਤਰ੍ਹਾਂ ਕਿਸੇ ਚੀਜ਼ ਦੀ ਬੁਰੀ ਆਦਤ ਹੈਗੀ ਹੈ, ਜੇ ਉਸ ਨੂੰ ਪਤਾ ਲੱਗੇ ਕਿ ਮੈਂ ਗਲਤ ਰਸਤੇ ਤੇ ਜਾ ਰਿਹਾ ਤਾਂ ਟਾਈਮ ਤੇ ਲੱਗਦਾ ਥੋੜਾ ਬਹੁਤ, ਪਰ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਇਨਸਾਨ ਨੂੰ ਹਮੇਸ਼ਾ ਕਰਨੀ ਚਾਹੀਦੀ ਹੈ। पॉप म्यूजिक कदों तक अजकल ज़्यादा चल रहा है, पर इस चीज़ का भी हर एक चीज़ का एक टाइम होंदा है। ये भी म्यूजिक एक दिन हौली हौली ठंडा हो जाएगा तो दोबारा क्लासिकल संगीत आएगा। जिस तरह साढ़े अच्छे उस्ताद हैगे ने गाँदे ने, साढ़े पंडित वगैरह हैगे ने, क्लासिकल म्यूजिक आएगा डेफिनेटली और चेंज भी होएगी इंसान नूं हौली हौली। फिर थक जाएंगे लोग इस तो पॉप म्यूजिक तो। ਮੈਨੂੰ ਜੀ ਸ਼ੁਕਰੀਆ ਤੁਹਾਡਾ, ਤੁਸੀਂ ਸਾਡੇ ਸਟੂਡੀਓ 'ਚ ਆਏ ਜੀ, ਥੈਂਕ ਯੂ। थोड़ा भी बहुत बहुत शुक्रिया। तुम्हारी अदाओं पे मरते हैं हम, ये किसने कहा है कि डरते हैं हम, हुजूर वाला। ਮੀਨੂ ਪੁਰਸ਼ੋਤਮ ਦੀ ਇਹ ਬੜੀ ਰੇਅਰ ਅਤੇ ਯਾਦਗਾਰੀ ਇੰਟਰਵਿਊ ਹੈ, ਕਿਉਂਕਿ ਉਹਨਾਂ ਦੀ ਇੰਟਰਵਿਊ ਬਹੁਤ ਘੱਟ ਕਿਤੇ ਵੇਖਣ ਸੁਣਨ ਨੂੰ ਮਿਲਦੀ ਹੈ। ਇਹ ਇੰਟਰਵਿਊ ਅਸੀਂ ਅਲੱਗ ਤੌਰ ਤੇ ਵੀ ਆਪਣੇ ਇਸ YouTube ਚੈਨਲ ਤੇ ਪਾ ਰਹੇ ਹਾਂ। ਇਸ ਤੋਂ ਪਹਿਲਾਂ ਕਿ ਇੱਕ ਹੋਰ ਇੰਟਰਵਿਊ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰੀਏ, ਕਿਉਂ ਨਾ ਥੋੜਾ ਹਾਸ ਰਸ ਹੋ ਜਾਏ। ਗੁਰਪ੍ਰੀਤ ਸਿੰਘ ਵੜੈਚ ਬੜੇ ਆਲਾ ਕਲਾਕਾਰ ਹਨ, ਐਕਟਰ ਹਨ, ਚਿੰਤਕ ਹਨ, ਪਰ ਬਹੁਤੇ ਲੋਕ ਉਹਨਾਂ ਨੂੰ ਸਿਰਫ ਘੁੱਗੀ ਕਮੇਡੀਅਨ ਦੇ ਤੌਰ ਤੇ ਹੀ ਜਾਣਦੇ ਹਨ। ਉਹਨਾਂ ਦੇ ਨਾਮ ਦੇ ਨਾਲ ਘੁੱਗੀ ਲਾਉਣ ਤੇ ਵੀ ਜੋ ਚੁਟਕਲੇ ਹੋਂਦ ਦੇ ਵਿੱਚ ਆਏ ਉਹ ਵੀ ਉਹਨਾਂ ਨੇ ਸੁਣਾਏ, ਜਿਨ੍ਹਾਂ ਦੇ ਵਿੱਚੋਂ ਇੱਕ ਸੁਣਦੇ ਹਾਂ ਚਰਨਜੀਤ ਅਹੂਜਾ ਨਾਈਟ ਦੇ ਵਿੱਚੋਂ। ਲਓ ਜੀ, ਇੱਕ ਫਰਮਾਇਸ਼ ਜਿਹੜੀ ਬਾਰ-ਬਾਰ ਆ ਰਹੀ ਤੁਹਾਡੀ ਮੈਂ ਨਜ਼ਰ ਕਰਨ ਲੱਗਿਆ, ਘੁੱਗੀਆਂ ਦੇ ਉੱਡ ਕੇ ਵਹਾ। ਇਹ ਮੇਰੀ ਟ੍ਰੈਜੇਡੀ ਹੈ, ਮੇਰੇ ਨਾਲ ਸੱਚੀ ਇਦਾਂ ਹੋਇਆ ਸੀ। ਮੇਰੇ ਦੋਸਤ ਦਾ ਵਿਆਹ, ਰਿਸੈਪਸ਼ਨ ਚੱਲ ਰਹੀ ਹੈ, ਸਟੇਜ ਤੇ ਸਿੰਗਰ ਗਾ ਰਹੇ, ਮੈਂ ਪਿੱਛੇ ਖੜਾ ਪ੍ਰੋਗਰਾਮ ਵੇਖ ਰਿਹਾ। ਇੰਨੀ ਕੁ ਦੇਰ ਨੂੰ ਇੱਕ 2.5 ਸਾਲ ਦਾ ਬੱਚਾ ਨਿੱਕਾ ਜਿਹਾ ਪਿੱਛੋਂ ਆਇਆ, ਆ ਕੇ ਮੇਰੀ ਪੈਂਟ ਖਿੱਚੀ। ਮੈਂ ਕਿਹਾ ਹਾਂ ਬੇਟੇ ਕੀ ਗੱਲ ਹੈ? ਤੂੰ ਘੁੱਗੀ ਆ? ਮੈਂ ਕਿਹਾ ਹਾਂ ਬੇਟੇ ਘੁੱਗੀ ਆ। ਫਿਰ ਉੱਡ ਕੇ ਮੁਆ। ਉਹ ਮੈਂ ਕਿਹਾ ਬੇਟੇ ਉੱਡਣ ਵਾਲੀ ਘੁੱਗੀ ਨਹੀਂ ਪੁੱਤਰ, ਮੇਰਾ ਨਾਂ ਘੁੱਗੀ ਹੈ। ਜੋ ਮੇਰਾ ਬੇਟਾ ਮੈਂ ਤੋਰ ਦਿੱਤਾ। 3 ਮਿੰਟਾਂ ਬਾਅਦ ਆ ਕੇ ਇਧਰੋਂ ਪੈਂਟ ਖਿੱਚਦੀ। ਮੈਂ ਕਿਹਾ ਹੁਣ ਕੀ ਹੈ? ਮੈਂ ਕਿਹਾ ਦੱਸਿਆ ਘੁੱਗੀ ਹੈ, ਤੈਨੂੰ ਲਿਖ ਕੇ ਦੇ ਦਿਆਂ ਹੁਣ ਮੈਂ। ਘੁੱਗੀ ਆ ਫਿਰ ਉੱਡ ਕੇ ਕਿਉਂ ਨਹੀਂ ਮਗਾਉਂਦਾ? ਉਹ ਮੈਂ ਕਿਹਾ ਬੇਟੇ ਉੱਡਣ ਵਾਲੀ ਘੁੱਗੀ ਨਹੀਂ, ਮੇਰਾ ਨਾਂ ਘੁੱਗੀ, ਤੈਨੂੰ ਕਿੰਨੀ ਵਾਰੀ ਦੱਸਾਂ ਮੈਂ? ਖੈਰ ਜੀ ਤੋਰ ਦਿੱਤਾ। ਉਹ ਕਿੱਥੇ ਹਟੇ? 1 ਵਾਰੀ 2 ਵਾਰੀ 5 ਵਾਰੀ 10 ਵਾਰੀ। ਬੜਾ ਗੁੱਸਾ ਚੜਿਆ ਜਦੋਂ 16ਵੀਂ ਵਾਰੀ ਆ ਕੇ ਉਹਨੇ ਪੈਂਟ ਖਿੱਚੀ। ਮੈਂ ਕਿਹਾ ਹੁਣ ਕੀ ਹੈ? ਮੈਂ ਕਿਹਾ ਨਹੀਂ, ਮੈਨੂੰ ਪਤਾ। ਮੈਂ ਕੀ ਪਤਾ? ਮੈਂ ਹਜੇ ਪਤਾ ਤੇ ਫਿਰ ਜਾ ਪਹਿਲਾਂ ਉੱਡ ਕੇ ਵਗਾ। ਉਹਦੀ ਸੂਈ ਮੈਨੂੰ ਉਡਾਉਣ ਤੇ ਹੀ ਫਸੀ ਸੀ। ਮੈਂ ਕਿਹਾ ਯਾਰ ਕਮਾਲ ਦੀ ਗੱਲ ਇਹੋ ਜਿਹੇ ਵਾਹ ਹਯਾਤ ਬੱਚੇ ਹੁੰਦੇ ਆ।
ਮੈਂ ਕਿਹਾ ਇਹਨੂੰ ਕੀ ਕਹਿਣਾ, ਵੇਖਾਂ ਸੀ ਆਇਆ ਕਿਹਦੇ ਨਾਲ। ਪਿੱਛੇ ਜਾ ਕੇ ਵੇਖਿਆ ਕਿ 90 ਸਾਲਾਂ ਦੀ ਮਾਤਾ ਬੈਠੀ ਹੈ, ਏਡੇ ਮੋਟੇ ਸ਼ੀਸ਼ੇ ਵਾਲੀ ਐਨਕ ਲਾ ਕੇ। ਪਤਾ ਲੱਗਾ ਉਹਦਾ ਪੋਤਰਾ ਹੈ। ਮੈਂ ਜਾ ਕੇ ਮਾਤਾ ਦੇ ਗਲ ਪੈ ਗਿਆ। ਮੈਂ ਕਿਹਾ ਮਾਤਾ ਤੇਰਾ ਪੋਤਰਾ? ਕਹਿੰਦੀ ਆਹੋ ਕਾਕਾ ਕੀ ਗੱਲ ਹੋਈ ਆ? ਮੈਂ ਗੱਲ ਕੀ ਹੋਣੀ, ਇਹਨੂੰ ਸੰਗਲੀ ਪਾ। ਐਦਾਂ ਦੀਆਂ ਚੀਜ਼ਾਂ ਖੁੱਲੀਆਂ ਨਹੀਂ ਛੱਡੀ ਦੀਆਂ। ਕਹਿੰਦੀ ਕਾਕਾ ਹੋਇਆ ਕੀ ਆ? ਮੈਂ ਕਿਹਾ ਹੋਣਾ ਕਿ ਮਿੰਟ ਬਾਅਦ ਮੇਰੇ ਕੋਲ ਆਉਂਦਾ ਕਿ ਮੇਰੀ ਪੈਂਟ ਖਿੱਚਦਾ, ਮੈਨੂੰ ਕਹਿੰਦਾ ਤੂੰ ਘੁੱਗੀ ਆ। ਮੈਂ ਕਹਿੰਦਾ ਉਹ ਤੇ ਮੈਨੂੰ ਕਹਿੰਦਾ ਉੱਡ ਕੇ ਵਹਾ। ਮੈਂ ਇਹਨੂੰ ਕਿੱਥੋਂ ਉੱਡ ਕੇ ਵਹਾ ਦਿਆਂ? ਕਹਿੰਦੀ ਕਾਕਾ ਗੁੱਸਾ ਨਹੀਂ ਕਰੀਦਾ, ਮੁੰਡਾ ਬੜਾ ਬਦਤਮੀਜ਼ ਆ, ਬਹੁਤ ਜਿੱਦਾਂ ਕਰਦਾ, ਜਦੋਂ ਖਹਿੜੇ ਪੈ ਜਾਂਦਾ ਗੱਲ ਦਾ ਪਿੱਛਾ ਹੀ ਨਹੀਂ ਛੱਡਦਾ। ਮਗਰੋਂ ਲਾਸ ਵਹਾ ਦੇ ਮਾੜਾ ਜਿਹਾ ਉੱਡ ਕੇ। ਪ੍ਰੋਗਰਾਮ ਦੇ ਆਖਰ ਦੇ ਵਿੱਚ ਇਸ ਦੇ ਨਾਲ ਜੁੜਦਾ ਇੱਕ ਹੋਰ ਚੁਟਕਲਾ ਵੀ ਪੇਸ਼ ਕਰਾਂਗੇ, ਪਰ ਉਸ ਤੋਂ ਪਹਿਲਾਂ ਪੇਸ਼ ਕਰਨੀ ਹੈ ਇੱਕ ਹੋਰ ਮੁਲਾਕਾਤ। ਪ੍ਰੋਗਰਾਮ ਦੇਸ਼ ਪ੍ਰਦੇਸ਼ ਟੀਵੀ ਅਤੇ ਸੁਰ ਪੰਜਾਬ ਦੇ ਸਾਰੇ ਸਰੋਤਿਆਂ ਦਾ ਤੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਬਲਜਿੰਦਰ ਸਿੰਘ ਅਟਵਾਲ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਆਪਾਂ ਗੱਲ ਕਰ ਰਹੇ ਸੀ, ਫਿਲਮ ਪਦਮ ਸ਼੍ਰੀ ਕੌਰ ਸਿੰਘ, ਇਸ ਦੇ ਨਾਲ ਸੰਬੰਧਿਤ ਗੱਲਬਾਤ ਚੱਲਣੀ ਹੈ ਔਰ ਸਟੂਡੀਓ ਦੇ ਵਿੱਚ ਕਰਮ ਬਾਠ ਹੁਣੀ ਆਏ ਹੋਏ ਹਨ। ਕਰਮ ਬਾਠ ਜਿਹੜੇ ਕਿ ਸ਼ੁਰੂਆਤੀ ਦਿਨਾਂ ਤੋਂ ਇੱਥੇ ਰਿਐਲਟਰ ਦੇ ਤੌਰ ਤੇ ਜਾਣੇ ਜਾਂਦੇ ਹਨ ਔਰ ਬੜੇ ਡਾਊਨ ਟੂ ਅਰਥ ਹਨ। ਬਹੁਤ ਹੀ ਉਹਨਾਂ ਦਾ ਮਲਾਪੜਾ ਅਤੇ ਨਿਮਰਤਾ ਵਾਲਾ ਸੁਭਾਅ ਹੈ। ਮੈਂ ਉਹਨਾਂ ਨੂੰ ਕਾਫੀ ਅਰਸੇ ਤੋਂ ਜਾਣਦਾ ਹਾਂ, ਤਕਰੀਬਨ ਇੱਕ ਦਹਾਕੇ ਤੋਂ ਜਾਣਦਾ ਹਾਂ, ਪਰ ਜਦੋਂ ਉਹਨਾਂ ਦੀ ਪਹਿਲੀ ਫਿਲਮ ਧਰਮ ਯੁੱਧ ਮੋਰਚਾ ਵੇਖੀ ਤੇ ਬੜੀ ਹੈਰਾਨੀ ਭਰੀ ਖੁਸ਼ੀ ਹੋਈ। ਸੋ ਛੁਪੇ ਰੁਸਤਮ ਨਿਕਲੇ ਤੇ ਉਹ ਫਿਲਮ ਜਿਹੜੀ ਸੀ ਉਹ ਵੀ ਸੱਚ ਤੇ ਆਧਾਰਿਤ ਸੀ, ਤੱਥਾਂ ਤੇ ਆਧਾਰਿਤ ਸੀ ਔਰ ਉਸ ਫਿਲਮ ਨੂੰ ਵੇਖਣ ਤੋਂ ਬਾਅਦ ਪਤਾ ਚੱਲਿਆ ਕਿ ਕਰਮ ਬਾਠ ਹੋਣੀ ਬੜੇ ਸੰਜੀਦਾ ਕਿਸਮ ਦੇ ਇਨਸਾਨ ਹਨ ਅਤੇ ਉਹਨਾਂ ਨੇ ਪੰਜਾਬ ਦਾ ਤੇ ਆਪਣੀ ਕਮਿਊਨਿਟੀ ਦਾ ਦਰਦ ਆਪਣੇ ਸੀਨੇ ਦੇ ਵਿੱਚ ਲੁਕੋਇਆ ਹੋਇਆ ਹੈ, ਜਿਸ ਨੂੰ ਉਹਨਾਂ ਨੇ ਵੱਡੇ ਪਰਦੇ ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਇੱਕ ਹੋਰ ਸੱਚੀ ਕਹਾਣੀ ਲੈ ਕੇ ਆਏ ਹਨ, ਜਿਸ ਦਾ ਟਾਈਟਲ ਹੈ ਪਦਮ ਸ਼੍ਰੀ ਕੌਰ ਸਿੰਘ। ਇਹ ਫਿਲਮ ਥੀਏਟਰਾਂ ਦੇ ਵਿੱਚ ਇਸ ਵੀਕਐਂਡ ਤੋਂ ਤੁਸੀਂ ਵੇਖ ਸਕਦੇ ਹੋ ਔਰ ਕਰਮ ਬਾਠ ਹੋਣੀ ਅੱਜ ਸਟੂਡੀਓ ਦੇ ਵਿੱਚ ਹਨ। ਆਓ ਉਹਨਾਂ ਦਾ ਸਵਾਗਤ ਕਰੀਏ। ਕਰਮ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਸਾਡੇ ਸਾਰੇ ਹੀ ਸਰੋਤਿਆਂ ਵੱਲੋਂ ਅਤੇ ਦਰਸ਼ਕਾਂ ਵੱਲੋਂ। ਧੰਨਵਾਦ ਜੀ, ਬਹੁਤ ਤੁਹਾਡਾ ਧੰਨਵਾਦ। ਸਾਰੇ ਦੇਖ ਰਹੇ ਸੁਣ ਰਹੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬੜੀ ਸ਼ਿੱਦਤ ਦੇ ਨਾਲ ਕੰਮ ਕਰਦੇ ਹੋ ਜੀ। ਇਹ ਤੁਹਾਡੀ ਪਹਿਲੀ ਫਿਲਮ ਵੀ ਇਸ ਗੱਲ ਦਾ ਸਬੂਤ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਬੈਨ ਹੋ ਗਈ ਸੀ, ਕਿਉਂਕਿ ਸੱਚ ਬੜਾ ਕੌੜਾ ਹੁੰਦਾ ਔਰ ਸਿਸਟਮ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਕਰਦਾ। ਸੋ ਇਹ ਕਹਾਣੀ ਜਿਹੜੀ ਹੈ, ਮੇਰਾ ਖਿਆਲ ਹੈ ਕਿ ਕੌਰ ਸਿੰਘ ਬਾਰੇ ਬਹੁਤੇ ਸਾਡੇ ਸਰੋਤੇ ਜਾਂ ਦਰਸ਼ਕ ਨਹੀਂ ਜਾਣਦੇ ਹੋਣਗੇ। ਥੋੜ੍ਹਾ ਜਿਹਾ ਇਹਨਾਂ ਦੇ ਬਾਰੇ ਦੱਸੋ ਕਿ ਤੁਹਾਡੇ ਇਹ ਜ਼ਿਹਨ ਦੇ ਵਿੱਚ ਕਿਵੇਂ ਆਇਆ ਤੇ ਇਹ ਕੌਣ ਹਨ ਕੌਰ ਸਿੰਘ? ਹਾਂਜੀ, ਦੇਖੋ ਆਪਣਾ ਜਿਹੜੀ ਇਹ ਪੰਜਾਬ ਦੀ ਸਟੋਰੀ ਹੈ, ਟਾਈਮ ਟੂ ਟਾਈਮ ਓਵਰ ਦ ਈਅਰਸ ਆਪਾਂ ਕੁਛ ਨਾ ਕੁਛ ਪੜ੍ਹਦੇ ਰਹਿੰਦੇ ਹਾਂ, ਦੇਖਦੇ ਰਹਿੰਦੇ ਹਾਂ। ਤਾਂ ਐਜ਼ ਅ ਪੰਜਾਬੀ, ਐਜ਼ ਅ ਮੈਂ ਉੱਥੇ ਬੋਰਨ ਹੋਇਆ, ਰੇਜ਼ ਹੋਇਆ, ਸਕੂਲ ਕਾਲਜ ਗਏ, ਆਪਣੀ ਮਿੱਟੀ ਦਾ ਮੈਂ ਉੱਥੋਂ ਦਾ ਵਾਰਸ ਹਾਂ। ਅਤੇ ਮੈਨੂੰ ਹੁੰਦਾ ਵੀ ਕੋਈ ਵੀ ਇਹੋ ਜਿਹਾ ਕੰਮ ਕੀਤਾ ਜਾਵੇ ਜ਼ਿੰਦਗੀ ਦੇ ਵਿੱਚ ਜਿਹਦੇ ਲਈ ਮੈਂ ਆਪਣੀ ਕਮਿਊਨਿਟੀ ਲਈ, ਆਪਣੀ ਮਿੱਟੀ ਲਈ ਕੁਛ ਨਾ ਕੁਛ ਕਰ ਸਕਾਂ। ਸੋ ਉਵੇਂ ਹੀ ਸੋਚ ਦੇ ਵਿਚਰਦੇ ਇੱਕ ਕਹਾਣੀ ਜਦੋਂ ਮੇਰੇ ਰੂਬਰੂ ਹੋਈ ਇਹ ਮਿਸਟਰ ਕੌਰ ਸਿੰਘ ਜੀ ਦੀ, ਤਾਂ ਮੇਰੇ ਦਿਲ ਨੂੰ ਬਹੁਤ ਜ਼ਿਆਦਾ ਅੰਦਰ ਤੱਕ ਡੀਪ ਉਹਨੇ ਅਸਰ ਕੀਤਾ ਵੀ ਐਂ ਕਿਉਂ। ਕਿਉਂਕਿ ਕਿਤੇ ਨਾ ਕਿਤੇ ਮੈਂ ਵੀ ਚਲੋ ਬਚਪਨ 'ਚ ਕੁਛ ਖੇਡਿਆ ਸੀ ਹੈ ਨਾ, ਅਤੇ ਮੈਂ ਦੇਖਿਆ ਵੀ ਆਪਾਂ ਟਰਾਇਲਸ ਦੇਣ ਜਾਂਦੇ ਸੀ ਤਾਂ ਉੱਥੋਂ ਫੋਨ ਆ ਜਾਂਦੇ ਸੀ, ਭਾਈ ਸਾਡਾ ਮੁੰਡਾ ਰੱਖ ਲਓ ਜਾਂ ਇਹਨਾਂ ਦਾ ਸਿਫਾਰਿਸ਼ ਆ ਗਈ, ਇਹਨੂੰ ਰੱਖ ਲਓ। ਸਿਸਟਮ ਦੇਖਦੇ ਆ, ਲਾਈਨ ਲੱਗੀ ਹੋਈ ਹੈ, ਪਿੱਛੋਂ ਜਾ ਕੇ ਕੋਈ ਪੈਸੇ ਦੇ ਕੇ ਆਪਦੀ ਪਰਚੀ ਕਟਾ ਗਿਆ, ਠੀਕ ਹੈ। ਹੋਰ ਤਰ੍ਹਾਂ ਦੀ ਰੈਫਰੈਂਸਿਸ ਆ ਜਾਂਦੀਆਂ ਨੇ, ਪੋਲੀਟੀਸ਼ੀਅਨਸ ਲੋਲੀਪੌਪ ਦੇ ਕੇ ਚਲੇ ਜਾਂਦੇ ਆ। ਉਵੇਂ ਹੀ ਇੱਕ ਕਹਾਣੀ, ਇੱਕ ਆਮ ਇਨਸਾਨ ਦੀ ਕਹਾਣੀ ਹੈ ਜਿਹੜਾ ਆਪਣੇ ਘਰੋਂ ਨਿਕਲਿਆ, ਘਰੋਂ ਨਿਕਲ ਕੇ ਉਹ ਕਿਵੇਂ ਆਰਮੀ 'ਚ ਜਾ ਕੇ ਉਹਨੇ ਵੱਡੇ ਵੱਡੇ ਤਗਮੇ ਜਿੱਤੇ, ਵੱਡੇ ਵੱਡੇ ਮੈਡਲ ਜਿੱਤੇ, ਅਰਜੁਨਾ ਅਵਾਰਡ ਜਿੱਤਿਆ, ਪਦਮਾ ਸ਼੍ਰੀ ਹਾਈਐਸਟ ਗਲੈਂਟਰੀ ਅਵਾਰਡਸ ਵਿਨ ਕੀਤੇ, 11 ਗੋਲਡ ਮੈਡਲ ਜਿੱਤੇ, ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਲਾਸ ਐਂਜਲਸ ਦੇ ਵਿੱਚ ਲਿਆ ਕੇ ਹੈ ਨਾ, ਅਤੇ ਅਮਿਤਾਭ ਬੱਚਨ ਨੇ ਉਹਨਾਂ ਅਵਾਰਡ ਦਿੱਤਾ। ਅਤੇ ਉਹ ਤੋਂ ਬਾਅਦ ਕਿਵੇਂ ਇੰਡੀਅਨ ਸਿਸਟਮ ਨੇ ਉਹਨਾਂ ਨੂੰ ਚਪੇੜਾਂ ਮਾਰੀਆਂ ਹੈ ਨਾ, ਕੀ ਹਾਲਾਤ ਕਰਤੇ, ਉਹੀ ਹਾਲਾਤ ਮੱਖਣ ਸਿੰਘ ਦੇ ਕਰਤੇ। ਮੱਖਣ ਸਿੰਘ ਇੱਕ ਓਨਲੀ ਐਵਰ ਆਪਣੇ ਉਹ ਵੀ ਇਹੋ ਜਿਹੇ ਖਿਡਾਰੀ ਹੋਏ ਜਿਨ੍ਹਾਂ ਨੇ ਮਿਲਖਾ ਸਿੰਘ ਤੱਕ ਨੂੰ ਰਿਲੇ ਰੇਸ 'ਚ ਹਰਾਤਾ ਸੀਗਾ। ਅਤੇ ਜਦੋਂ ਫਿਰ ਅੰਤਿਮ ਟਾਈਮ ਆਇਆ ਤਾਂ ਉਹਨਾਂ ਦੀ ਵਾਈਫ ਕਹਿੰਦੀ ਵੀ ਤੁਸੀਂ ਤਾਂ ਕ੍ਰਿਕਟ ਵਾਲੀ ਸਾਰੀ ਚੀਜ਼ਾਂ ਨਿਲਾਮ ਕਰੀ ਜਾਂਦੇ ਹੋ, ਵੀ ਮੇਰੇ ਕੋਲ ਕੀ ਨਿਲਾਮ ਕਰੋ, ਮੇਰਾ ਅਰਜੁਨਾ ਅਵਾਰਡ ਹੀ ਨਿਲਾਮ ਕਰ ਲਓ। ਸੋ ਆਪਾਂ ਘਰੋਂ ਚੱਲਦਾ ਬੰਦਾ ਹੋਸਟਲ 'ਚ ਰਹਿੰਦਾ, ਸਾਰਾ ਕਾਰੋਬਾਰ ਛੱਡ ਕੇ ਇੱਕ ਆਪਣੀ ਕੋਈ ਵੀ ਬੰਦਾ ਆਪਣੀ ਕੈਰੀਅਰ ਨੂੰ ਅਚੀਵ ਕਰਨ ਵਾਸਤੇ
ਵਾਸਤੇ ਕਿੰਨੇ ਹੀ ਸਾਲ ਲਾ ਦਿੰਦਾ ਹੈ, ਪੜ੍ਹਾਈ ਵੀ ਛੱਡ ਦਿੰਦਾ ਹੈ, ਜਨੂੰਨ ਨਾਲ ਕੋਈ ਚੀਜ਼ ਕਰਦਾ ਹੈ, ਤੇ ਉਹ ਤੋਂ ਬਾਅਦ ਫਿਰ ਜੋ ਹਸ਼ਰ ਹੁੰਦਾ ਹੈ ਉਹ ਇੱਕ ਸਿਸਟਮ ਦਾ ਹੀ ਆਊਟਕਮ ਹੈ। ਉਹ ਸਿਸਟਮ ਦੇ ਵਿੱਚੋਂ ਹੀ ਜੋ ਚੀਜ਼ਾਂ ਨਿਕਲਦੀਆਂ ਨੇ, ਕਿਵੇਂ ਉਹਨਾਂ ਨੂੰ ਨੈਗਲੈਕਟ ਕੀਤਾ ਜਾਂਦਾ, ਕਹਿ ਦਿੰਦੇ ਆ ਇਨਾਮ ਦੇ ਦਾਂਗੇ, ਹੈ ਨਾ, ਇਨਾਮ ਨਹੀਂ ਦਿੱਤਾ ਜਾਂਦਾ, ਹੋਰ ਕਿੰਨੀਆਂ ਚੀਜ਼ਾਂ ਕਮਿਟ ਕਰ ਦਿੰਦੇ ਆ, ਤੁਹਾਨੂੰ ਆਹ ਦੇ ਦਾਂਗੇ, ਨੌਕਰੀ ਦੇ ਦਾਂਗੇ। ਆਪਾਂ ਐਵਰੀ ਅਦਰ ਡੇ ਦੇਖਦੇ ਹਾਂ ਕੋਈ ਕਿਤੇ ਧਰਨਾ ਲਾਈ ਬੈਠਾ, ਕੋਈ ਕਿਤੇ ਧਰਨਾ ਲਾਈ ਬੈਠਾ, ਤੇ ਜੇ ਕੋਈ ਮਾੜਾ ਜਿਹਾ ਬੋਲਦਾ ਤਾਂ ਜਿਵੇਂ ਪਿਛਲੇ ਸਾਲ ਇੱਕ ਵੀਡੀਓ ਆਈ ਸੀ, ਡੰਡਾ ਲੈ ਕੇ ਟੀਚਰਾਂ ਦੇ ਡੰਡੇ ਮਾਰੀ ਜਾਂਦਾ ਹੈ ਨਾ। ਸੋ ਇਹ ਵੀ ਕਹਾਣੀ ਉਹਨਾਂ ਵਿੱਚੋਂ ਨਿਕਲੀ ਕਹਾਣੀ ਹੈ, ਤੇ ਇਹਦੇ ਵਿੱਚ ਐਵੇਂ ਕਿਵੇਂ ਡੰਡੇ ਪੈ ਰਹੇ ਹੈ, ਹੈ ਨਾ, ਉਹ ਸਾਰਾ ਕੁਛ ਇਹ ਫਿਲਮ 'ਚ ਦੇਖਣ ਨੂੰ ਮਿਲੂਗਾ ਜੀ। ਮੈਨੂੰ ਪਤਾ ਲੱਗਾ ਕਿ ਕੌਰ ਸਿੰਘ ਹੁਣੀ ਜ਼ਿੰਦਾ ਨੇ, ਅੱਜ ਵੀ ਸਾਡੇ ਸਮਾਜ ਦੇ ਵਿੱਚ ਵਿਚਰ ਰਹੇ ਨੇ। ਦੱਸੋਗੇ ਕਿ ਕੌਰ ਸਿੰਘ ਹੁਣੀ ਅੱਜ ਕੱਲ੍ਹ ਕਿੱਥੇ ਨੇ ਤੇ ਕਿਸ ਕੰਡੀਸ਼ਨ ਦੇ ਵਿੱਚ ਨੇ? ਹਾਂਜੀ, ਕੌਰ ਸਿੰਘ ਜੀ ਵੈਸੇ ਇਕੱਲੇ ਹੀ ਅੱਜ ਤੱਕ ਐਵਰ ਇੰਡੀਅਨ ਹੋਏ ਆ ਜਿਨ੍ਹਾਂ ਨੇ ਮੁਹੰਮਦ ਅਲੀ ਤੱਕ ਨਾਲ ਮੁੱਕੇਬਾਜ਼ੀ ਕੀਤੀ ਹੈ। ਜਦੋਂ ਉਹਨੂੰ ਚੋਣ ਹੋਣੀ ਸੀ ਤਾਂ ਕੋਈ ਅੱਗੇ ਨਹੀਂ ਆਉਂਦਾ ਸੀ, ਅਗਲਾ ਕਹਿੰਦਾ ਹੁਣ ਜੀ ਕੁੱਟ ਖਾਣੀ ਹੈ ਕਾਹਤੋਂ, ਹੈ ਨਾ, ਤੇ ਬਟ ਕੌਰ ਸਿੰਘ ਜੀ ਕਹਿੰਦੇ ਨਹੀਂ, ਮੈਂ ਉਹਦੇ ਨਾਲ ਮੁੱਕੇਬਾਜ਼ੀ ਕਰੂੰਗਾ, ਆਪਦਾ ਕੰਪੀਟੀਸ਼ਨ ਕਰੂੰਗਾ ਤੇ ਚੈਲੰਜ ਲਊਂਗਾ, ਹੈ ਨਾ। ਚੈਲੰਜ ਅਸੈਪਟ ਕੀਤਾ ਤੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਨਲ ਖੁਰਦ ਪਿੰਡ ਹੈ ਜੀ ਉਹਨਾਂ ਦਾ, ਤੇ ਉੱਥੇ ਰਹਿੰਦੇ ਹੈ। ਅੱਜ ਕੱਲ੍ਹ ਕਾਫੀ ਓਲਡ ਏਜ ਹੋ ਗਏ ਹੈਗੇ ਆ, ਸਿਹਤ ਵੀ ਕੋਈ ਬਾਹਲੀ ਵਧੀਆ ਨਹੀਂ ਸੀ ਰਹਿੰਦੀ ਉਹਨਾਂ ਦੀ। ਹਾਂਜੀ, ਹੁਣ ਤਾਂ ਫਿਰ ਉਹ ਏਜ ਬਹੁਤ ਜ਼ਿਆਦਾ ਹੋ ਗਈ ਨਾ। ਪ੍ਰੀਮੀਅਰ ਤੇ ਆਏ ਸੀ, ਸੁਖਪਾਲ ਖਹਿਰਾ ਜੀ ਆਏ ਸੀ, ਮਨੀਸ਼ਾ ਗੁਲਾਟੀ ਜੀ ਆਏ ਸੀ, ਆਈ ਐਮ ਸੋ ਥੈਂਕਫੁਲ ਟੂ ਦੈਮ, ਹੈ ਨਾ, ਆਏ, ਕਿਉਂਕਿ ਕਦੀ ਕਦੇ ਆਪਾਂ ਸੋਚਦੇ ਹਾਂ ਵੀ, ਹੈ ਨਾ, ਵੀ ਨਵੀਂ ਸਾਡੀ ਟੀਮ ਨੇ ਕੋਈ ਵੀ ਕਾਰੋਬਾਰ ਸ਼ੁਰੂ ਕੀਤਾ ਜਾਂ ਚਲੋ ਇੱਕ ਪ੍ਰੋਜੈਕਟ ਲੈ ਕੇ ਆਏ ਵੀ, ਨਾ ਕੋਈ ਨਾਮੀ ਵਰਗ ਬੰਦਾ ਨਾ ਆਵੇ ਸ਼ਾਇਦ, ਬਟ ਦੇ ਵਰ ਵੈਰੀ, ਮਤਲਬ ਮੈਂ ਕਾਲ ਕੀਤੀ ਤੇ ਮਨੀਸ਼ਾ ਗੁਲਾਟੀ ਜੀ ਨੇ ਆਪ ਕਾਲ ਵਾਪਸ ਕੀਤੀ, ਐਂਡ ਆਈ ਵਾਸ ਸੋ ਸਰਪ੍ਰਾਈਜ਼ ਵੀ ਡਾਇਰੈਕਟ ਕਾਲ ਤੁਹਾਨੂੰ ਉਹਨਾਂ ਨੇ ਵਾਪਸ ਕੀਤੀ। ਨਹੀਂ ਤਾਂ ਬੰਦਾ ਕਹਿੰਦਾ ਵੀ ਆ ਥੱਲੇ ਵਾਲੇ ਬੰਦੇ ਨੂੰ ਕਹਿ ਦਿਓ ਵੀ ਦੱਸੋ ਕਿਸੇ ਦਾ ਫੋਨ ਆਇਆ ਸੀ, ਹੈ ਨਾ, ਤੇ ਮੈਂ ਫਿਰ ਦੱਸੇ, ਮੈਂ ਕਿਹਾ ਐਂ ਕਰਕੇ ਅਸੀਂ ਚਾਹੁੰਦੇ ਹਾਂ ਤੁਸੀਂ ਉੱਥੇ ਆਓ, ਹੈ ਨਾ, ਤੇ ਉਹ ਆਏ ਤੇ ਉਹਨਾਂ ਨੇ ਸਪੋਰਟ ਕੀਤਾ ਸਾਨੂੰ। ਖਹਿਰਾ ਸਾਹਿਬ ਨੇ ਭਗਵੰਤ ਮਾਨ ਜੀ ਨੂੰ ਕਿਹਾ ਵੀ ਇਹ ਫਿਲਮ ਟੈਕਸ ਫਰੀ ਕੀਤੀ ਜਾਵੇ। ਸੋ ਕਲੈਕਟਿਵ ਐਫਰਟ ਹੈ ਜੀ, ਆਪਦੇ ਵੱਲੋਂ ਜਿੰਨਾ ਜ਼ੋਰ ਲੱਗ ਸਕਦਾ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਇੱਕ ਕਾਫੀ ਸਮੇਂ ਦੇ ਵਿੱਚ ਆ ਜਿਹੜੀ ਚੀਜ਼ ਤਿਆਰ ਕੀਤੀ ਹੈ। ਕਿਉਂਕਿ ਦੇਖੋ, ਜੇ ਕੋਈ ਦੂਜੀ ਫਿਲਮ ਬਣਾਉਣੀ ਹੋਵੇ, ਆਈ ਥਿੰਕ ਦੈਟ ਵਿਲ ਬੀ ਵੈਰੀ ਕੁਇਕ ਐਂਡ ਸ਼ਾਰਟ ਪੀਰੀਅਡ ਆਫ ਟਾਈਮ। ਅਗਲਾ ਕਹਿੰਦਾ ਨਾਲ ਟਾਈਮ ਘੱਟ ਲੱਗੂਗਾ, ਐਨਰਜੀ ਘੱਟ ਲੱਗੂਗੀ, ਹੈ ਨਾ, ਕਿਉਂਕਿ ਆਪਾਂ ਕੋਈ ਵੀ ਕੰਮ ਕਰਾਂਗੇ ਨਾ ਐਨਰਜੀ ਵੀ ਲੱਗੂਗੀ, ਕੰਮ ਦਾ ਵੀ ਜਾਊਗਾ ਸਾਰਾ ਕੁਛ, ਹੈ ਨਾ। ਬਟ ਇਹਦੇ ਵਿੱਚ ਬਹੁਤ ਮਿਹਨਤ, ਜਦੋਂ ਤੋਂ ਵਿਕਰਮ ਪ੍ਰਧਾਨ ਜੀ ਜਹਾਜ਼ ਚੜ੍ਹ ਕੇ ਸੰਗਰੂਰ ਗਏ ਹੋਣਗੇ ਉਦੋਂ ਤੋਂ ਲੈ ਕੇ ਉਹ ਜਿਹੜੀ ਕਹਾਣੀ ਬਣਨੀ ਸ਼ੁਰੂ ਕੀਤਾ ਹੋਣਾ ਸਵੈਟਰ, ਉਹਨਾਂ ਨੇ ਉਹ ਕਰਦੇ ਕਰਾਉਂਦੇ 2 ਸਾਲਾਂ 'ਚ ਹੁਣ ਵੱਡੀ ਸਕਰੀਨ ਤੇ ਆ ਗਏ। ਨਹੀਂ ਜੀ, ਬਹੁਤ ਮੁਬਾਰਕਬਾਦ ਦੇ ਹੱਕਦਾਰ ਹੈਗੇ ਆ, ਕਿਉਂਕਿ ਤੁਸੀਂ ਜਿਸ ਤਰ੍ਹਾਂ ਤੁਸੀਂ ਬਾਕੀ ਚੈਰਿਟੀਜ਼ ਦੇ ਲਈ ਕੰਮ ਕਰਦੇ ਆ, ਮੈਂ ਕਹਿੰਦਾ ਕਿ ਸਿਨੇਮੇ ਦੇ ਰਾਹੀਂ ਵੀ ਤੁਸੀਂ ਇੱਕ ਕਿਸਮ ਦੀ ਇਹ ਸੇਵਾ ਹੀ ਲੋਕਾਂ ਦੀ ਕਰ ਰਹੇ ਹੋ, ਕਿਉਂਕਿ ਇਹ ਕਮਰਸ਼ੀਅਲ ਫਿਲਮ ਨਾ ਹੋ ਕੇ ਤੁਸੀਂ ਇਹੋ ਜਿਹੇ ਵਿਸ਼ੇ ਨੂੰ ਜਿਹੜਾ ਚੁਣਿਆ ਹੈਗਾ ਕਿ ਜਿਹੜਾ ਮੈਸੇਜ ਲੋਕਾਂ ਤੱਕ ਪਹੁੰਚਣਾ ਚਾਹੀਦਾ। ਮੈਂ ਸਮਝਦਾ ਕਿ ਸਾਡੇ ਸੁਣਨ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ ਵੀ, ਜਿਹੜੇ ਆਪਣੇ ਸੱਭਿਆਚਾਰ ਨੂੰ, ਆਪਣੀਆਂ ਕਦਰਾਂ ਕੀਮਤਾਂ ਨੂੰ ਪਿਆਰ ਕਰਦੇ ਆ, ਆਪਣੇ ਵਿਰਸੇ ਨੂੰ ਪਿਆਰ ਕਰਦੇ ਆ, ਉਹਨਾਂ ਨੂੰ ਇਹੋ ਜਿਹੀਆਂ ਫਿਲਮਾਂ ਜਿਹੜੀਆਂ ਮੀਨਿੰਗਫੁੱਲ ਆ ਔਰ ਸੱਚੀਆਂ ਕਹਾਣੀਆਂ 'ਤੇ ਆਧਾਰਿਤ ਆ, ਇਹਨਾਂ ਦੇ ਐਫਰਟ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਤੇ ਵੱਧ ਤੋਂ ਵੱਧ ਸਿਨੇਮਿਆਂ ਦੇ ਵਿੱਚ ਪਰਿਵਾਰਾਂ ਦੇ ਸਮੇਤ ਜਾ ਕੇ ਇਹੋ ਜਿਹੀਆਂ ਫਿਲਮਾਂ ਵੇਖਣੀਆਂ ਚਾਹੀਦੀਆਂ ਜੀ। ਕੌਰ ਸਿੰਘ ਹੁਣਾਂ ਨੂੰ ਅਜੇ ਤੱਕ ਵੀ ਉਹਨਾਂ ਦਾ ਜਿਹੜਾ ਵਾਅਦਾ ਕੀਤਾ ਹੋਇਆ ਇਨਾਮ ਆ ਉਹ ਨਹੀਂ ਦਿੱਤਾ ਗਿਆ। ਬਹੁਤ ਵੱਡਾ ਦਿਖਾਂਤ ਹੈ ਜੀ, ਔਰ ਇਸ ਫਿਲਮ ਦੇ ਵਾਸਤੇ ਤੁਸੀਂ ਬਹੁਤ ਵੱਡਾ ਐਫਰਟ ਕੀਤਾ ਔਰ ਤੁਸੀਂ ਬਹੁਤ ਸੋਹਣਾ ਵਧੀਆ ਜਿਹੜੇ ਐਕਟਰਸ ਆ ਉਹਨਾਂ ਨੂੰ ਲੈ ਕੇ ਇਹ ਫਿਲਮ ਨੂੰ ਮੁਕੰਮਲ ਕੀਤਾ। ਤੇ ਆਖਰ ਦੇ ਵਿੱਚ ਤੁਸੀਂ ਸੁਣਨ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ? ਹਾਂਜੀ, ਆਪਾਂ ਇਹ ਕਹਿਣਾ ਚਾਹੁੰਦੇ, ਦੇਖੋ ਆਪਾਂ ਕਲੈਕਟਿਵ ਐਫਰਟ ਕਰਕੇ ਚੀਜ਼ ਤੁਹਾਡੇ ਮੂਹਰੇ ਹੁਣ ਰੱਖਤੀ, ਹੁਣ ਇਹ ਆਪਾਂ ਐਜ਼ ਅ ਮੈਂਬਰ ਆਫ ਦ ਕਮਿਊਨਿਟੀ, ਮੇਰੀ ਆਪਣੀ ਜੌਬ ਮੈਂ ਕਰਤੀ ਹੈਗੀ, ਹੁਣ ਮੈਂ ਕਮਿਊਨਿਟੀ ਨੂੰ ਅਪੀਲ ਕਰਨਾ ਚਾਹੁੰਦਾ ਕਿ ਬਈ ਤੁਸੀਂ ਆਪਦਾ ਜਿਹੜੀ ਹੈ, ਹੁਣ ਤੁਸੀਂ ਇਹ ਚੀਜ਼ ਨੂੰ ਸਾਂਭਣਾ, ਮੈਂ ਆਪਦੇ ਵੱਲੋਂ ਲੈ ਆਇਆ। ਸੋ ਤੁਸੀਂ ਹੁਣ ਥੀਏਟਰ 'ਚ ਆ ਕੇ ਦੇਖੋਗੇ ਤਾਂ ਕੀ ਹੈ, ਮੇਰੇ ਵਰਗੇ ਹੋਰ ਕਿੰਨੇ ਬੰਦਿਆਂ ਨੂੰ ਹੌਸਲਾ ਮਿਲਦਾ, ਉਹ ਇਹਨੂੰ ਮੈਨੂੰ ਦੇਖ ਕੇ ਇੰਸਪਾਇਰ ਹੋ ਕੇ ਹੋਰ ਅੱਛੀ ਚੀਜ਼ਾਂ ਬਣਾ ਸਕਦੇ ਆ। ਸੋ ਬਸ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਨੈਕਸਟ ਓਵਰ 3 ਡੇਜ਼ ਜਾ ਕੇ ਫਿਲਮ ਜ਼ਰੂਰ ਦੇਖਿਓ, ਕਿਉਂਕਿ 3 ਡੇਜ਼ ਬਹੁਤ ਇੰਪੋਰਟੈਂਟ ਹੁੰਦੇ ਮੂਵੀਜ਼ ਬਾਰੇ। ਮੈਂ ਤਾਂ ਆਪਣੇ ਸਾਰੇ ਫਰੈਂਡਸ ਨੂੰ ਇਹੀ ਕਹਿ ਰਿਹਾ, ਬਾਈ ਤੁਸੀਂ 22 ਨੂੰ ਹੀ ਜਾਣਾ ਹੈ ਨਾ, ਆਲ ਓਵਰ ਦ ਵਰਲਡ, ਕਿਉਂਕਿ ਜਦੋਂ 22 ਨੂੰ ਇੰਨੇ ਬੰਦੇ ਇਕੱਠੇ ਗੱਲ ਕਰ ਰਹੇ ਹੁੰਦੇ ਕਿਸੇ ਚੀਜ਼ ਦੀ, ਫਿਰ ਉਹਦੇ ਨਾਲ ਸਮਟਾਈਮਸ ਮੋਮੈਂਟਮ ਬਣ ਜਾਂਦਾ ਤੇ ਅਗਲੇ 2 ਦਿਨ 3 ਦਿਨ ਅੱਗੇ ਫਿਲਮਾਂ ਚੱਲ ਜਾਂਦੀਆਂ ਨੇ। ਕਿਉਂਕਿ ਅੱਜ ਕੱਲ੍ਹ ਫਿਲਮਾਂ ਆ ਇੰਨੀ ਜ਼ਿਆਦਾ ਰਹੀਆਂ ਨੇ ਕਿ ਫਿਰ ਨੈਕਸਟ ਵੀਕ ਹਰੇਕ ਵੀਕ ਬਹੁਤ ਫਿਲਮਸ ਆ ਜਾਂਦੀਆਂ। ਸੋ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਫਿਲਮ ਓਵਰ ਨੈਕਸਟ 3 ਡੇਜ਼ ਦੇਖਣ ਦੀ ਕੋਸ਼ਿਸ਼ ਕਰਿਓ। ਬਹੁਤ ਬਹੁਤ ਧੰਨਵਾਦ ਕਰਮ ਬਾਠ ਜੀ, ਔਰ ਬਹੁਤ ਬਹੁਤ ਸ਼ੁਭ ਸ਼ਾਮਾਂ, ਤੇ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ੇ ਜਿਸ ਤਰ੍ਹਾਂ ਤੁਹਾਨੂੰ ਬਿਜ਼ਨਸ ਦੇ ਵਿੱਚ ਬਖਸ਼ੀਆਂ, ਤੇ ਇਹਨਾਂ ਵੱਡੇ ਪਰਦੇ ਦੇ ਰਾਹੀਂ ਜਾਂ ਹੋਰ ਮਾਧਿਅਮਾਂ ਦੇ ਰਾਹੀਂ ਜਾਂ ਚੈਰਿਟੀਜ਼ ਦੇ ਰਾਹੀਂ ਤੁਸੀਂ ਇੱਦਾਂ ਹੀ ਕਮਿਊਨਿਟੀ ਦੀ ਸੇਵਾ ਕਰਦੇ ਰਹੋ। ਬਹੁਤ ਬਹੁਤ ਸ਼ੁਭ ਸ਼ਾਮਾਂ, ਬਹੁਤ ਬਹੁਤ ਧੰਨਵਾਦ। ਧੰਨਵਾਦ, ਮਿਹਰਬਾਨੀ। ਹਰ ਇਨਸਾਨ 'ਚ ਕੋਈ ਨਾ ਕੋਈ ਗੁਣ ਹੁੰਦਾ, ਬਸ ਉਹਨੂੰ ਪਛਾਣਨ ਦੀ ਲੋੜ ਹੈ। ਫਿਰ ਦੇਖ ਤੇਰੀ ਛੇਤੀ ਜਿੱਤ। ਮੈਨੂੰ ਆਪਣੀ ਕਮਜ਼ੋਰੀ ਨੂੰ ਹੀ ਆਪਣੀ ਤਾਕਤ ਬਣਾਉਣਾ ਪੈਣਾ ਹੈ।
ਉਮੀਦ ਕਰਦਾ ਹਾਂ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰੋਗਰਾਮ, ਸਾਡੀ ਅੱਜ ਦੀ ਕੋਸ਼ਿਸ਼ ਵੀ ਤੁਹਾਨੂੰ ਪਸੰਦ ਆ ਰਹੀ ਹੋਵੇਗੀ। ਜੇ ਐਪੀਸੋਡ ਪਸੰਦ ਆਵੇ ਤਾਂ ਫਿਰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ। ਪ੍ਰੋਗਰਾਮ ਵੇਖਣ ਦੇ ਵਾਸਤੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਆਖਰ ਦੇ ਵਿੱਚ ਮਾਹੌਲ ਹਾਸ ਰਸ ਵਾਲਾ ਹੀ ਰੱਖਦੇ ਹਾਂ। ਗੁਰਪ੍ਰੀਤ ਘੁੱਗੀ ਹੁਣਾਂ ਤੋਂ ਇੱਕ ਹੋਰ ਚੁਟਕਲਾ ਸੁਣਦੇ ਹਾਂ ਜੋ ਪਹਿਲੇ ਚੁਟਕਲੇ ਦੇ ਨਾਲ ਹੀ ਮਿਲਦਾ ਜੁਲਦਾ ਹੈ, ਜਿਸ ਦੇ ਨਾਲ ਹੀ ਹੋ ਜਾਵੇਗੀ ਪ੍ਰੋਗਰਾਮ ਦੀ ਸਮਾਪਤੀ। ਬਲਜਿੰਦਰ ਸਿੰਘ ਅਟਵਾਲ ਨੂੰ ਅਗਲੇ ਹਫ਼ਤੇ ਤੱਕ ਇੱਥੇ ਹੀ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ। ਸੋ ਇਸ ਕਰਕੇ ਮੇਰੇ ਨਾਂ ਦੀ ਬੜੀ ਟ੍ਰੈਜਡੀ ਹੈ। ਇੱਕ ਨਿੱਕੀ ਜਿਹੀ ਗੱਲ ਆਪਣੇ ਨਾਂ ਦੀ ਦੱਸਣੀ ਤੁਹਾਨੂੰ, ਉਸ ਤੋਂ ਬਾਅਦ ਮੈਂ ਅਨਾਉਂਸਮੈਂਟ ਅਗਲੀ ਕਰਨ ਲੱਗਿਆ, ਕਿਉਂਕਿ ਮੈਂ ਦੱਸਿਆ ਇੱਕ ਵਾਰੀ ਸਾਡੇ ਕਲਾਕਾਰ ਸਾਥੀ ਦਾ ਵਿਆਹ, ਔਰ ਅਹੂਜਾ ਸਾਹਿਬ ਵੀ ਪੁਖਤਾ ਗਵਾਹ ਨੇ, ਇਹ ਵੀ ਉਸ ਬਰਾਤ ਵਿੱਚ ਸੀ, ਮੈਂ ਵੀ ਗਿਆ। ਕਲਾਕਾਰਾਂ ਦੇ ਬਰਾਤੀ ਸਾਰੇ ਕਲਾਕਾਰ, ਪਿੰਡ ਵਾਲਿਆਂ ਨੂੰ ਬੜਾ ਚਾਅ ਵੀ ਕਲਾਕਾਰ ਆਉਣੇ ਸਾਡੇ ਪਿੰਡ। ਜਿੱਦਾਂ ਹੀ ਕਾਰਾਂ ਆਉਣੀਆਂ ਸ਼ੁਰੂ ਹੋਈਆਂ, ਵੱਡੀ ਸਾਰੀ ਕਾਰ ਆਈ, ਬੱਚੇ ਨਾਲ ਨਾਲ ਦੌੜਦੇ ਆ ਕਾਰ ਦੇ। ਉਹ ਕਹਿੰਦੇ ਉਹ ਕਹਿੰਦਾ ਉਹ ਬੁੱਗਾ ਆ ਗਿਆ ਈ। ਖੈਰ ਬੁੱਗਾ ਸਾਹਿਬ ਵਾਲੀ ਕਾਰ ਲੰਘ ਗਈ, ਉਧਰੋਂ ਕਾਰ ਇੱਕ ਹੋਰ ਆ ਗਈ ਤੇ ਓਏ ਸਾਬਰਕੋਟੀ ਵੀ ਆ ਗਈ। ਅੱਜ ਬੱਚਿਆਂ ਨੇ ਤੁਹਾਨੂੰ ਦੱਸਿਆ ਕਰੇਜ਼ ਬੜੇ ਅਜੀਬ ਹੁੰਦੇ ਨੇ। ਉਧਰੋਂ ਇੱਕ ਵੱਡੀ ਸਾਰੀ ਕਾਰ ਆਈ, ਬੱਚੇ ਨੇ ਦੇਖਿਆ ਕਾਲੇ ਸ਼ੀਸ਼ੇ ਵਿੱਚੋਂ, ਓਏ ਨੀਰੂ ਵੀ ਆਈ ਓ, ਜਿੱਦਾਂ ਇਹਨਾਂ ਦੇ ਘਰ ਹੀ ਚੱਲੀ ਏ। ਖੈਰ ਉਧਰੋਂ ਇੱਕ ਕਾਰ ਦੀ ਡਿੱਕੀ ਜਿਹੀ ਚ ਜਦੋਂ ਮੈਂ ਨਿਕਲਿਆ ਨਾ, ਮੈਨੂੰ ਵੇਖ ਕੇ ਤੋਂ ਬੌਂਦ ਲਿ ਗਿਆ, ਓਏ ਕੁੱਕੀ ਵੀ ਆਈ ਓਏ। ਉਹਦੇ ਨਾਲ ਦਾ ਭੱਜ ਕੇ ਘਰ ਗਿਆ, ਘਰੋਂ ਚੌਲਾਂ ਦੀ ਮੁੱਠ ਭਰ ਲਿਆ, ਚਾਵਲ ਲੈ ਆਇਆ ਘਰੋਂ। ਉਹਦੇ ਢੋਲ ਵੱਜਿਆ, ਭੰਗੜਾ ਪੈਣਾ ਸ਼ੁਰੂ ਹੋਇਆ। ਮੈਂ ਲੱਤ ਚੁੱਕੀ, ਉਹਨੇ ਇੱਥੋਂ ਆ ਕੇ ਪੈਂਟ ਫੜ ਲਈ, ਕਹਿੰਦਾ ਭਾਜੀ ਤੂੰ ਘੁੱਗੀ ਆ? ਮੈਂ ਕਿਹਾ ਹਾਂ ਬੇਟੇ ਘੁੱਗੀ ਆ। ਇੱਥੋਂ ਕੱਢ ਕੇ ਚਾਵਲ, ਕਹਿੰਦਾ ਫਿਰ ਚੁੱਗ ਕੇ ਵਿਖਾ। ਉਹ ਮੈਂ ਉੱਡ ਕੇ ਦਿਖਾ, ਮਸਾਂ ਮਗਰੋਂ ਲਾਇਆ। ਮੈਂ ਕਿਹਾ ਚੁੱਗ ਕੇ ਵਿਖਾ ਕਿੱਥੋਂ ਆ ਗਿਆ? ਮੈਂ ਹੱਥ ਜੋੜੇ, ਬੇਟੇ ਮੈਂ ਚੁਗਣ ਵਾਲੀ ਘੁੱਗੀ ਨਹੀਂ, ਨਾ ਉੱਡਣ ਵਾਲੀ ਆ ਬੇਟੇ, ਮੈਂ ਵਿਆਹ ਵੇਖਣਾ ਹੈ, ਚਲੋ। ਤੋਰ ਦਿੱਤਾ। ਉਹ ਕਿੱਥੇ ਹਟੇ, ਉਧਰ ਮਿਲਣੀ ਦੀਆਂ ਜੱਫੀਆਂ ਪੈਣ ਡੀਆਂ, ਮੈਨੂੰ ਜੱਫਾ ਮਾਰ ਕੇ ਖਲੋਤਾ। ਮੇਰਾ ਭਾਜੀ ਜੇ ਘੁੱਗੀਆਂ ਕਰੀ ਵਿਖਾ ਦੇ ਚੁੱਗ ਕੇ। ਮੈਂ ਕਿਹਾ ਬੇਟੇ ਨਹੀਂ ਤੰਗ ਕਰੀਦਾ, ਵਿਆਹ ਵੇਖਣਾ ਹੈ, ਵਿਆਹ ਵੇਖ। ਉਹ ਦੇਖੋ, ਮੈਂ ਕਿਹਾ ਭਾਣ ਲੁਟਾਰੇ, ਚਲੋ ਪੈਸੇ ਲੁੱਟੋ ਜਾ ਕੇ। ਕਹਿੰਦਾ ਭਾਜੀ ਅਸੀਂ ਪਾਗਲ ਨਹੀਂ ਆ ਗਏ, ਇੱਕ ਜਵਾਨੀ ਪਿੱਛੇ ਹੱਥਾਂ ਹੀ ਘੁੱਗੀ ਛੱਡ ਦਈਏ। ਬੱਚਾ ਬਹੁਤ ਸਕੀਮੀ ਹੈ। ਮੈਂ ਫੇਰ ਉਹਦੀ ਮਿਹਨਤ ਕੀਤੀ, ਖੈਰ ਚਲਾ ਗਿਆ। ਉਧਰ ਜਦੋਂ ਵਾਰੀ ਆਈ ਲਾਵਾਂ ਦੀ, ਉਹ ਮੇਰੇ ਨਾਲ ਫੇਰੇ ਲੈਣ ਡਿਆ, ਮੇਰੇ ਦੁਆਲੇ ਗੇੜੇ ਕੱਢਣ ਡਿਆ। ਭਾਜੀ ਜਾਂ ਘੁੱਗੀਆਂ ਕਰੀ ਵਿਖਾ ਦੇ ਚੁੱਕ ਕੇ। ਮੈਂ ਕਿਹਾ ਗੱਲ ਸੁਣੋ, ਮੈਂ ਸਵੇਰ ਦਾ ਬੜਾ ਬਰਦਾਸ਼ਤ ਕੀਤਾ ਤੈਨੂੰ, ਜੇ ਹੁਣ ਮੇਰੇ ਕੋ ਆਇਆ ਮੈਂ ਚਪੇੜ ਮਾਰਨੀ ਕੱਢ ਕੇ ਤੇਰੇ। ਉਹੀ ਗੱਲ ਹੋਈ ਜਦੋਂ ਰੋਟੀ ਦੀ ਵਾਰੀ ਆਈ, ਮੈਂ ਪਹਿਲੀ ਗਰਾਈ ਤੋੜੀ ਨਾਨ ਦੀ, ਸ਼ਾਹੀ ਪਨੀਰ ਨਾਲ ਲਾ ਕੇ ਲੱਗਾ ਮੂੰਹ ਚ ਪਾਉਣ, ਇੱਥੋਂ ਆ ਕੇ ਉਹਨੇ ਕਮੀਜ਼ ਫੜ ਲਈ। ਕਹਿੰਦਾ ਭਾਜੀ ਘੁੱਗੀਆਂ ਦਾ ਰੋਟੀ ਕਿਉਂ ਖਾਣਾ, ਚੁੱਗ ਕੇ ਵਿਖਾ। ਗੁੱਸਾ ਪਹਿਲਾਂ ਹੀ ਬੜਾ ਚੜਿਆ ਸੀ, ਮੈਂ ਕੱਢ ਕੇ ਚਪੇੜ ਮਾਰੀ, ਹੋ ਗਿਆ 3 ਕਲਾਬਾਜ਼ੀਆਂ ਪਈਆਂ। ਉਹਦਾ ਡੈਡੀ ਨਾਲ ਆ ਗਿਆ, ਕਹਿੰਦਾ ਘੁੱਗੀ ਸਾਹਿਬ ਬੱਚੇ ਦੇ ਚਪੇੜ ਕਿਉਂ ਮਾਰੀ ਹੈ? ਮੈਂ ਕਿਹਾ ਬੱਚੇ ਇਦਾਂ ਦੇ ਹੁੰਦੇ ਆ, ਇਹਨੂੰ ਕੋਈ ਸ਼ਕਲ ਦੇ ਮਿੰਟ ਬਾਅਦ ਚਾਵਲ ਲੈ ਕੇ ਆ ਜਾਂਦਾ, ਚੌਲ ਲੈ ਕੇ ਆ ਕੇ ਕਹਿੰਦਾ ਘੁੱਗੀਆਂ ਤੇ ਚੁੱਗ ਕੇ ਵਿਖਾ। ਮੈਨੂੰ ਕਿੱਥੋਂ ਚੁੱਗ ਕੇ ਵਿਖਾ ਦਿਆਂ? ਉਹ ਕਹਿੰਦਾ ਮਹਾਰਾਜ ਜਾਣਦੇ ਹੋ ਬੱਚਾ ਹੈ, ਜੇ ਬਹੁਤੀ ਜਿੱਦ ਕਰਦਾ ਤੇ ਮਾਰ ਜੋ ਫੱਕਾ, ਵਿਖਾ ਦਿਓ ਚੁੱਗ ਕੇ। ਮੈਂ ਕਿਹਾ ਬਹੁਤ ਸਿਆਣਾ ਵੀ ਤੂੰ। ਹੁਣ ਤੇ ਤੇਰਾ ਬੱਚਾ ਜਿੱਦ ਕਰਨ ਡਿਆ ਵੀ ਜੇ ਘੁੱਗੀਆਂ ਚੁੱਗ ਕੇ ਵਿਖਾ, ਚਲੋ ਮੈਂ ਚੁੱਗ ਕੇ ਵਿਖਾ ਦਿਆਂ। ਇਹਦਾ ਕੀ ਪਤਾ, ਮੈਂ ਕਿਹਾ ਘੜੀ ਨੂੰ ਜਿੱਦ ਕਰੇਗਾ ਘੁੱਗੀਆਂ ਦੇ ਆਂਡਾ ਦੇ ਕੇ ਵਿਖਾ। ਮੇਰੇ ਲਈ ਤੇ ਮੁਸੀਬਤ ਖੜੀ ਹੋ ਗਈ ਕਿ ਨਹੀਂ?